ਜੀ ਆਇਆਂ ਨੂੰ ਗੱਲਾਂ ਤੇ ਗੀਤ ਵੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਕਮਲਪ੍ਰੀਤ ਕੌਰ। ਗੱਲਾਂ ਤੇ ਗੀਤ ਬਹੁਤ ਹੀ ਮਕਬੂਲ ਪ੍ਰੋਗਰਾਮ ਜਿਸ ਦੇ ਵਿੱਚ ਤੁਸੀਂ ਹਰ ਰੋਜ਼ ਆਪਣੇ ਟੀਵੀ ਸੈੱਟ ਦੇ ਸਾਹਮਣੇ ਬੈਠ ਜਾਂਦੇ ਹੋ ਔਰ ਤੁਸੀਂ ਉਡੀਕ ਕਰਦੇ ਹੋ ਕਿ ਕਿਹੜਾ ਅੱਜ ਜਿਹੜਾ ਹੈ ਵਿਸ਼ਾ ਉਹ ਅਸੀਂ ਲੈ ਕੇ ਆਵਾਂਗੇ, ਕਿਹੜੇ ਸਾਡੇ ਐਕਸਪਰਟ ਹੋਣਗੇ, ਕਿਹੜੇ ਮਹਿਮਾਨ ਹੋਣਗੇ ਜਿਹੜੇ ਵਿਸ਼ੇ ਬਾਰੇ ਪੂਰੀ ਜਾਣਕਾਰੀ ਦੇਣ ਦੀ ਕੋਸ਼ਿਸ਼ ਕਰਨਗੇ। ਤੁਹਾਨੂੰ ਦੱਸ ਦੇਣਾ ਚਾਹੁੰਦੀ ਹਾਂ ਕਿ ਅੱਜ ਦਾ ਜਿਹੜਾ ਮਾਹੌਲ ਹੈ ਬੜਾ ਗੀਤ ਸੰਗੀਤ ਹੋਣ ਵਾਲਾ ਹੈ। ਗੀਤ ਸੰਗੀਤ ਇਸ ਕਰਕੇ ਹੋਣ ਵਾਲਾ ਹੈ ਕਿਉਂਕਿ ਕਹਿੰਦੇ ਨੇ ਕਿ ਜ਼ਿੰਦਗੀ ਦੇ ਵਿੱਚ ਨਾ ਬੜੇ ਸੋਹਣੇ ਜ਼ਿੰਦਗੀ ਦੇ ਪੜਾਅ ਆਉਂਦੇ ਨੇ। ਸਾਡਾ ਬਚਪਨ ਹੁੰਦਾ ਹੈ, ਜਵਾਨੀ ਹੁੰਦੀ ਹੈ ਔਰ ਫਿਰ ਸਾਡਾ ਜਿਹੜਾ ਬੁਢਾਪਾ ਹੁੰਦਾ ਹੈ। ਉਹਨਾਂ ਦੇ ਵਿੱਚ ਅਸੀਂ ਤਿੰਨੋਂ ਪੜਾਵਾਂ ਦੇ ਵਿੱਚ ਆਪਣੀ ਜ਼ਿੰਦਗੀ ਦੇ ਵਿੱਚ ਗੀਤਾਂ ਨੂੰ ਸ਼ਾਮਿਲ ਕਰਦੇ ਹਾਂ ਔਰ ਗੀਤ ਜਦੋਂ ਸਾਡੀ ਜ਼ਿੰਦਗੀ ਦੇ ਵਿੱਚ ਅੱਗੇ ਸਾਨੂੰ ਲੈ ਕੇ ਚੱਲਣ ਦੀ ਕੋਸ਼ਿਸ਼ ਅਸੀਂ ਕਰਦੇ ਹਾਂ ਤਾਂ ਸਾਨੂੰ ਜ਼ਿੰਦਗੀ ਬੜੀ ਰੰਗੀਨ ਲੱਗਦੀ ਹੈ, ਸੰਗੀਤਮਈ ਲੱਗਦੀ ਹੈ। ਔਰ ਇਹਨਾਂ ਸੰਗੀਤਮਈ ਮਾਹੌਲਾਂ ਦੇ ਵਿੱਚ ਜਿਹੜਾ ਵਿਆਹ ਦਾ ਮਾਹੌਲ ਹੁੰਦਾ ਹੈ ਨਾ, ਸੱਚ ਜਾਣੀਓ ਉਹ ਬੜਾ ਹੀ ਖੂਬਸੂਰਤ ਤੇ ਰੰਗੀਨ ਹੁੰਦਾ ਹੈ। ਸਾਡੇ ਸੱਭਿਆਚਾਰ ਦੇ ਵਿੱਚ ਵਿਆਹ ਨੂੰ ਬਹੁਤ ਹੀ ਇੱਕ ਵਿਲੱਖਣ ਜਿਹੜੀ ਹੈਗੀ ਆ ਉਹ ਰਸਮਾਂ ਦੇ ਨਾਲ ਜੋੜਿਆ ਜਾਂਦਾ ਹੈ। ਇੱਕ ਬਹੁਤ ਖੂਬਸੂਰਤ ਪਰੰਪਰਾ ਹੈ ਜਿਸ ਦੇ ਵਿੱਚ ਦੋ ਰੂਹਾਂ ਦਾ, ਦੋ ਪਰਿਵਾਰਾਂ ਦਾ ਜਿਹੜਾ ਹੈਗਾ ਉਹ ਮੇਲ ਹੁੰਦਾ ਹੈ ਔਰ ਪਰਿਵਾਰ ਦੇ ਜੀ ਰਲ ਮਿਲ ਕੇ ਇਹਨਾਂ ਖੁਸ਼ੀਆਂ ਨੂੰ ਮਨਾਉਂਦੇ ਨੇ ਔਰ ਅਸੀਸਾਂ ਦਿੰਦੇ ਨੇ ਨਵੀਂ ਵਿਆਹੀ ਜੋੜੀ ਨੂੰ ਕਿ ਉਹ ਜੁਗ ਜੁਗ ਜੀਵੇ, ਲੋਕ ਗੀਤਾਂ ਜਿੰਨੀ ਉਹਨਾਂ ਦੀ ਜਿਹੜੀ ਇਸ ਰਿਸ਼ਤੇ ਦੀ ਉਮਰ ਹੋਵੇ। ਸੋ ਵਿਆਹ ਦੇ ਮਾਹੌਲ ਦੀ, ਵਿਆਹ ਦੇ ਰਸਮਾਂ ਦੀ, ਵਿਆਹ ਦੇ ਜਿਹੜੇ ਕੀਤੇ ਜਾਂਦੇ ਨੇ ਗੀਤ ਸੰਗੀਤ ਗਾਏ ਜਾਂਦੇ ਨੇ ਉਸ ਵੇਲੇ ਉਹ ਕਿਸ ਤਰ੍ਹਾਂ ਦੇ ਹੁੰਦੇ ਸਨ ਜਦੋਂ ਅਸੀਂ ਪੁਰਾਣੇ ਪੰਜਾਬ ਦੀ ਗੱਲ ਕਰਦੇ ਹਾਂ, ਜਦੋਂ ਅਸੀਂ ਪਹਿਲੇ ਸਮਿਆਂ ਦੀ ਗੱਲ ਕਰਦੇ ਹਾਂ। ਅੱਜ ਦੇ ਸਮੇਂ ਵਿੱਚ ਬੇਸ਼ੱਕ ਬਹੁਤ ਬਦਲਾਅ ਆ ਗਿਆ ਹੈ ਪਰ ਫਿਰ ਵੀ ਬਹੁਤ ਲੋਕ ਇਸ ਤਰ੍ਹਾਂ ਦੇ ਨੇ ਜਿਨ੍ਹਾਂ ਨੇ ਇਹਨਾਂ ਨੂੰ ਸੰਭਾਲ ਕੇ ਰੱਖਿਆ ਹੋਇਆ ਹੈ ਔਰ ਮਾਣ ਹੁੰਦਾ ਹੈ ਇਹੋ ਜਿਹੀਆਂ ਸ਼ਖਸੀਅਤਾਂ ਉੱਤੇ। ਔਰ ਅਸੀਂ ਅੱਜ ਸੱਦਾ ਦਿੱਤਾ ਹੈ ਉਸ ਸ਼ਖਸੀਅਤ ਨੂੰ ਜਿਨ੍ਹਾਂ ਨੇ ਪੰਜਾਬੀ ਸੱਭਿਆਚਾਰ ਨੂੰ ਸੰਭਾਲ ਕੇ ਰੱਖਿਆ, ਵਿਆਹ ਦੇ ਰਸਮਾਂ ਤੇ ਗੀਤਾਂ ਉੱਤੇ ਕਿਤਾਬਾਂ ਲਿਖ ਦਿੱਤੀਆਂ, ਲੋਕਾਂ ਨੂੰ ਦੱਸ ਦਿੱਤਾ ਹੈ ਕਿ ਇੱਦਾਂ ਦੇ ਸਾਡੇ ਪੰਜਾਬ ਦੇ ਜਿਹੜੇ ਵਿਆਹ ਦੇ ਰਸਮਾਂ ਰਿਵਾਜ ਹੁੰਦੇ ਸਨ, ਇੱਦਾਂ ਦੇ ਸਾਡੇ ਗੀਤ ਗਾਏ ਜਾਂਦੇ ਸਨ ਔਰ ਇਸ ਤਰ੍ਹਾਂ ਸਾਨੂੰ ਜਿਹੜਾ ਆਪਣੇ ਪੰਜਾਬੀ ਸੱਭਿਆਚਾਰ ਨੂੰ ਸੰਭਾਲ ਕੇ ਰੱਖਣਾ ਚਾਹੀਦਾ ਹੈ। ਹੁਣ ਬਿਨਾਂ ਦੇਰੀ ਤੋਂ ਉਹਨਾਂ ਦਾ ਨਿੱਘਾ ਜੀ ਆਇਆਂ ਨੂੰ ਆਖਦੇ ਹਾਂ ਇਸ ਪ੍ਰੋਗਰਾਮ ਦੇ ਵਿੱਚ ਡਾਕਟਰ ਰਾਜਵੰਤ ਕੌਰ ਪੰਜਾਬੀ। ਨਿੱਘਾ ਜੀ ਆਇਆਂ ਨੂੰ ਮੈਮ। ਸ਼ੁਕਰੀਆ ਰਾਜ ਜੀ। ਆਪ 2 ਵਾਰ ਸਟੇਟ ਅਵਾਰਡੀ ਹੋ ਔਰ 20 ਤੋਂ ਵੱਧ ਕਿਤਾਬਾਂ ਜਿਹੜੀਆਂ ਹੈਗੀਆਂ ਪੰਜਾਬੀ ਲੋਕਧਾਰਾ, ਪੰਜਾਬੀ ਸੱਭਿਆਚਾਰ ਤੇ ਲਿਖ ਚੁੱਕੇ ਹੋ ਔਰ ਅਸਿਸਟੈਂਟ ਪ੍ਰੋਫੈਸਰ ਦੇ ਤੌਰ ਤੇ ਆਪਣੀਆਂ ਸੇਵਾਵਾਂ ਨਿਭਾ ਰਹੇ ਹੋ। ਪੰਜਾਬੀ ਵਿਭਾਗ, ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਉਚੇਚੇ ਤੌਰ ਤੇ ਸਾਡੇ ਵਿੱਚ ਸ਼ਿਰਕਤ ਕੀਤਾ ਹੈ। ਸੋ ਆਪਣੇ ਵਿਹੜੇ 'ਚ ਆਣ ਕੇ ਕਿੱਦਾਂ ਦਾ ਲੱਗਿਆ ਅੱਜ? ਬਹੁਤ ਅੱਛਾ ਲੱਗ ਰਿਹਾ ਹੈ ਕਮਲ ਜੀ। ਇਹ ਸਾਡਾ ਆਪਣਾ ਪੰਜਾਬੀਆਂ ਦਾ ਵਿਹੜਾ ਹੈ। ਇਹ ਉਹ ਵਿਹੜਾ ਹੈ ਜਿੱਥੇ ਸ਼ਗਨ ਮਨਾਏ ਜਾਂਦੇ ਨੇ। ਇਹ ਉਹ ਵਿਹੜਾ ਹੈ ਜਿੱਥੇ ਸਾਰੇ ਪੰਜਾਬੀਆਂ ਦੇ ਨਾਲ, ਦੁਨੀਆ 'ਚ ਵੱਸਦੇ ਪੰਜਾਬੀਆਂ ਦੇ ਨਾਲ ਆਪਣੇ ਦੁੱਖ ਸੁੱਖ ਸਾਂਝੇ ਕੀਤੇ ਜਾਂਦੇ ਨੇ। ਇਹ ਉਹ ਵਿਹੜਾ ਹੈ ਜਿੱਥੇ ਆਪਣੀ ਵਿਰਾਸਤ 'ਚ ਜੋ ਕੁਝ ਅੱਛਾ ਪਿਆ ਉਹਦਾ ਪ੍ਰਚਾਰ ਪ੍ਰਸਾਰ ਕੀਤਾ ਜਾਂਦਾ ਹੈ ਔਰ ਜਿੱਥੇ ਨਿਗਾਰ ਆ ਰਿਹਾ ਹੈ ਸੱਭਿਆਚਾਰ ਦੇ ਕਿਸੇ ਵੀ ਪਸਾਰ ਦੇ ਵਿੱਚ ਉਸ ਨਿਗਾਰ ਤੋਂ ਉਭਰਨ ਦੇ ਵਿਸ਼ੇਸ਼ ਉਪਰਾਲੇ ਕੀਤੇ ਜਾਂਦੇ ਨੇ। ਇਸ ਕਰਕੇ ਇਹ ਵਿਹੜਾ ਮੈਨੂੰ ਆਪਣਾ ਲੱਗਦਾ ਹੈ ਜੀ। ਤਾਂ ਹੀ ਮੈਂ ਤੁਹਾਨੂੰ ਕਿਹਾ ਕਿ ਤੁਹਾਡਾ ਆਪਣਾ ਵਿਹੜਾ ਔਰ ਇਸ ਵਿਹੜੇ ਵਿੱਚ ਰੌਣਕਾਂ ਲਾਉਣੀਆਂ ਨੇ ਤੁਸੀਂ ਅੱਜ ਔਰ ਸਾਨੂੰ ਦੱਸਣਾ ਹੈ ਕਿ ਕਿਹੜੇ ਵਿਆਹ ਦੇ ਰਸਮਾਂ ਰਿਵਾਜ ਹੁੰਦੇ ਨੇ। ਔਰ ਸ਼ੁਰੂਆਤੀ ਵਿੱਚ ਤਾਂ ਇਹੀ ਪੁੱਛਾਂਗੇ ਕਿ ਵਿਆਹ ਦੇ ਸਮੇਂ ਬਹੁਤ ਸਾਰੀਆਂ ਰਸਮਾਂ ਰਿਵਾਜ ਨਿਭਾਏ ਜਾਂਦੇ ਨੇ। ਕੀ ਇਹਨਾਂ ਦੀ ਮਹੱਤਤਾ ਹੈ? ਕੀ ਲੋਕਾਂ ਦੇ ਜੀਵਨ ਦੇ ਨਾਲ ਜੁੜੀ ਹੋਈ ਹੈ ਇਹ ਮਹੱਤਤਾ? ਬਿਲਕੁਲ ਲੋਕਾਂ ਦੇ ਜੀਵਨ ਦੇ ਨਾਲ ਜੁੜੀ ਹੋਈ ਹੈ ਵਿਆਹ ਦੀਆਂ ਰਸਮਾਂ ਦੀ ਮਹੱਤਤਾ। ਕਮਲ ਜੀ, ਕੁਝ ਅਸੀਂ ਰੀਤਾਂ ਕਰਦੇ ਹਾਂ। ਮਤਲਬ ਲੋਕਧਾਰਾ ਦੇ ਵਿੱਚ ਬਹੁਤ ਸਾਰੀ ਐਸੀ ਸਮੱਗਰੀ ਹੈ ਜਿਨ੍ਹਾਂ ਦਾ ਸੰਬੰਧ ਕਿਰਿਆਵਾਂ ਦੇ ਨਾਲ ਹੁੰਦਾ ਹੈ। ਅੱਛਾ ਜੀ। ਤੇ ਰਸਮਾਂ ਵੀ ਕਿਰਿਆਤਮਕ ਤੌਰ ਤੇ ਨਿਭਾਈਆਂ ਜਾਂਦੀਆਂ ਨੇ। ਠੀਕ ਹੈ। ਤੇ ਰਸਮਾਂ ਦੇ ਦਾ ਹੀ ਸੰਬੰਧ ਹੈ ਕਿ ਕੁਝ ਅਸੀਂ ਰੀਤਾਂ ਕਰਦੇ ਹਾਂ। ਰੀਤਾਂ ਦਾ ਸੰਬੰਧ ਹੁੰਦਾ ਹੈ ਕੁਦਰਤ ਤੇ ਕੁਦਰਤ ਦੀਆਂ ਸ਼ਕਤੀਆਂ ਦੇ ਨਾਲ, ਸੰਬੰਧਾਂ ਦੇ ਨਾਲ ਜੁੜਿਆ ਹੋਇਆ ਜੀ। ਔਰ ਰਸਮਾਂ ਹੁੰਦੀਆਂ ਨੇ ਜਿਹਦਾ ਸੰਬੰਧ ਹੁੰਦਾ ਹੈ ਸਮਾਜਿਕ ਸੱਭਿਆਚਾਰਕ ਪ੍ਰਥਾਵਾਂ ਦੇ ਨਾਲ ਕਿ ਸਾਡੇ ਸਮਾਜ ਦੀ, ਸਾਡੇ ਸੱਭਿਆਚਾਰ ਦੀ ਕੀ ਪਰੰਪਰਾ ਰਹੀ ਹੈ ਤੇ ਅਸੀਂ ਰਸਮ ਰਿਵਾਜਾਂ ਨੂੰ ਉਸ ਪਰੰਪਰਾ ਦੇ ਅੰਗ ਵਜੋਂ ਹੀ ਮਾਨਤਾ ਦਿੰਦੇ ਹਾਂ। ਔਰ ਵੱਡੀ ਗੱਲ ਇਹ ਹੁੰਦੀ ਹੈ ਕਿ ਜਦੋਂ ਅਸੀਂ ਕੋਈ ਵੀ ਰਸਮ ਨਿਭਾਉਂਦੇ ਹਾਂ ਤਾਂ ਉਹਦੇ ਵਿੱਚ ਸਾਡਾ ਪਰਿਵਾਰ,
ਸਾਡਾ ਭਾਈਚਾਰਾ, ਸਾਡਾ ਸਮਾਜ ਸਾਡੇ ਨਾਲ ਰਲਦਾ ਹੈ, ਸ਼ਾਮਲ ਹੁੰਦਾ ਹੈ ਰਸਮਾਂ ਦੇ ਵਿੱਚ, ਤੇ ਅਸੀਂ ਆਪਣੇ ਭਾਈਚਾਰੇ ਦੀ ਪ੍ਰਵਾਨਗੀ ਲੈਂਦੇ ਹਾਂ ਰਸਮਾਂ ਦੇ ਰਾਹੀਂ। ਕੋਈ ਵੀ ਜਨਮ ਨਾਲ ਜੁੜੀਆਂ ਹੋਣ, ਵਿਆਹ ਨਾਲ ਜੁੜੀਆਂ ਹੋਣ ਜਾਂ ਮੌਤ ਦੇ ਨਾਲ ਜੁੜੀਆਂ ਹੋਣ। ਇਸੇ ਤਰ੍ਹਾਂ ਕੁਝ ਰਿਵਾਜ ਹੁੰਦੇ ਨੇ, ਜਿਵੇਂ ਰੀਤਾਂ ਨੇ, ਰਸਮਾਂ ਨੇ, ਉਸੇ ਤਰ੍ਹਾਂ ਰਿਵਾਜ ਨੇ। ਤਾਂ ਰਿਵਾਜ ਸੱਭਿਆਚਾਰਕ ਪ੍ਰਥਾ ਦੀ ਨਹੀਂ ਹੈ, ਉਹ ਸਮਾਜਿਕ ਪ੍ਰਥਾਵਾਂ ਨੇ, ਉਹਦੇ ਵਿੱਚ ਸਮਾਜ ਦੀ ਪ੍ਰਵਾਨਗੀ ਲਈ ਜਾਂਦੀ ਹੈ। ਤਾਂ ਰਿਵਾਜ ਨਿਭਾਉਂਦਿਆਂ ਹੋਇਆਂ ਜ਼ਰੂਰੀ ਨਹੀਂ ਹੁੰਦਾ ਕਿ ਅਸੀਂ ਸਮਾਜ ਦੀ ਪ੍ਰਵਾਨਗੀ ਲਈਏ ਜਾਂ ਉਹਨਾਂ ਨੂੰ ਨਿਭਾਈਏ। ਪਰ ਜਦੋਂ ਆਪਾਂ ਰਸਮਾਂ ਨਿਭਾਉਂਦੇ ਆ ਤਾਂ ਰਸਮਾਂ ਵਿੱਚ ਸਮਾਜ ਦੀ ਪ੍ਰਵਾਨਗੀ ਦੀ ਜ਼ਰੂਰਤ ਹੁੰਦੀ ਹੈ। ਇਸ ਕਰਕੇ ਜਦੋਂ ਅਸੀਂ ਵਿਆਹ ਦੀਆਂ ਰਸਮਾਂ ਦੀ ਗੱਲ ਕਰਦੇ ਹਾਂ ਤਾਂ ਤੁਸੀਂ ਦੇਖਿਆ ਹੋਣਾ ਕਿ ਪੂਰੇ ਉਤਸ਼ਾਹ ਦੇ ਨਾਲ, ਉਮੰਗ ਦੇ ਨਾਲ, ਚਾਅ ਦੇ ਨਾਲ ਜਦੋਂ ਬੱਚਾ ਜਨਮ ਲੈਂਦਾ ਨਾ, ਉਦੋਂ ਉਹਨੂੰ ਕੋਈ ਸੋਚ ਹੀ ਨਹੀਂ ਹੈ। ਤੇ ਇਸੇ ਤਰ੍ਹਾਂ ਜਦੋਂ ਕੋਈ ਵਿਅਕਤੀ ਸਮਾਜ ਤੋਂ ਰੁਖਸਤ ਕਰ ਜਾਂਦਾ ਹੈ, ਉਦੋਂ ਨਹੀਂ ਪਤਾ ਕਿ ਉਹਦੇ ਨਾਲ ਕੀ ਹੋ ਰਿਹਾ ਹੈ, ਕਿੱਦਾਂ ਦੀਆਂ ਉਹਦੇ ਨਾਲ ਰਸਮਾਂ ਵਾਪਰ ਰਹੀਆਂ ਨੇ, ਜਾਂ ਕਿੱਦਾਂ ਉਹਦੀ ਜਿਹੜੀ ਆਖਰੀ ਰਸਮ ਹੈ ਉਹ ਹੋਈ ਹੈ। ਪਰ ਵਿਆਹ ਹੀ ਇੱਕ ਐਸਾ ਮੌਕਾ ਹੁੰਦਾ ਹੈ ਕਿ ਜਦੋਂ ਸੁਚੇਤ ਤੌਰ ਤੇ ਉਹ ਜਿਹਦਾ ਵਿਆਹ ਹੋ ਰਿਹਾ ਹੈ, ਉਹ ਲੜਕੀ ਤੇ ਲੜਕਾ ਆਪਾਂ ਕਹਿ ਦਈਏ ਕਿ ਨਾਇਕ ਦੀ ਭੂਮਿਕਾ ਨਿਭਾਉਂਦੇ ਨੇ, ਔਰ ਆਪ ਖੁਦ ਕਿਰਿਆਸ਼ੀਲ ਹੁੰਦੇ ਨੇ, ਸਜੀਵ ਤੌਰ ਤੇ ਉਹ ਭਾਗ ਲੈ ਰਹੇ ਹੁੰਦੇ ਨੇ, ਹਨਾ, ਜੀਵਤ ਸੰਸਾਰ ਦਾ ਪਾਰਟ ਹੁੰਦੇ ਨੇ। ਤਾਂ ਇਸ ਕਰਕੇ ਸਭ ਤੋਂ ਜ਼ਿਆਦਾ ਪਰਿਵਾਰ ਨੂੰ ਉਦੋਂ ਹੀ ਚਾਅ ਮਲਾਰ ਮਨਾਏ ਜਾਂਦੇ ਨੇ ਜਦੋਂ ਧੀ ਜਾਂ ਪੁੱਤ ਦਾ ਵਿਆਹ ਹੁੰਦਾ ਹੈ। ਬਿਲਕੁਲ ਡਾਕਟਰ ਸਾਹਿਬਾ, ਜਿਵੇਂ ਅਸੀਂ ਗੱਲ ਕਰਦੇ ਨਾ ਕਿ ਵਿਆਹ ਦੇ ਮੌਕੇ ਉੱਤੇ ਜਿਹੜੇ ਆ ਉਹ ਪਹਿਲੇ ਹੀ ਜਸ਼ਨ ਮਨਾਉਣਾ ਸ਼ੁਰੂ ਕਰ ਦਿੰਦੇ ਆ। ਬਾਕੀ ਸਾਰੇ ਕੰਮਾਂ ਵਿੱਚ ਜਦੋਂ ਅਸੀਂ ਫਤਿਹ ਪ੍ਰਵਾਨ ਕਰਦੇ ਆ ਉਦੋਂ ਅਸੀਂ ਜਸ਼ਨ ਮਨਾਉਂਦੇ ਆ, ਹਨਾ। ਤੇ ਜਿਵੇਂ ਤੁਸੀਂ ਬਹੁਤ ਸੋਹਣੇ ਢੰਗ ਦੇ ਨਾਲ ਸਮਝਾ ਦਿੱਤਾ ਰੀਤਾਂ ਰਿਵਾਜਾਂ ਦੇ ਵਿੱਚ ਕੀ ਫਰਕ ਹੈ ਔਰ ਕੀ ਮਹੱਤਤਾ ਹੈ। ਇਸ ਦੇ ਨਾਲ ਹੀ ਮੈਂ ਪੁੱਛਣਾ ਚਾਹੁੰਦੀ ਹਾਂ ਤੁਹਾਨੂੰ ਕਿ ਜਦੋਂ ਰੀਤੀ ਰਿਵਾਜ ਜਿਹੜੇ ਹੁੰਦੇ ਨੇ ਉਹ ਵੱਖ-ਵੱਖ ਖੇਤਰਾਂ ਦੇ ਅਲੱਗ-ਅਲੱਗ ਹੁੰਦੇ ਨੇ ਜਾਂ ਇਕੱਠੇ ਹੀ ਲੈ ਕੇ ਜਿਹੜਾ ਹੈਗਾ ਪੂਰੇ ਪੰਜਾਬ ਦੇ ਵਿੱਚ ਉਹ ਜਸ਼ਨ ਮਨਾਏ ਜਾਂਦੇ ਨੇ? ਇਸ ਤਰ੍ਹਾਂ ਹੈ ਕਿ ਦੁਨੀਆ ਦੇ ਕਿਸੇ ਵੀ ਖਿੱਤੇ ਦੇ ਵਿੱਚ, ਖਿੱਤੇ ਤੋਂ ਮੇਰਾ ਭਾਵ ਹੈ ਕਿਸੇ ਖਾਸ ਧਰਤੀ ਦੇ ਨਾਲ, ਤਾਂ ਹਰ ਧਰਤੀ ਦੇ ਲੋਕਾਂ ਦੀ ਵੱਖਰੀ ਜ਼ੁਬਾਨ ਹੋਏਗੀ, ਵੱਖਰਾ ਸੱਭਿਆਚਾਰ ਹੋਏਗਾ, ਵੱਖਰਾ ਖਾਣ ਪਾਣ ਹੋਏਗਾ, ਵੱਖਰੀਆਂ ਕਦਰਾਂ ਕੀਮਤਾਂ ਹੋਣਗੀਆਂ। ਤਾਂ ਉਹ ਸਮਾਜ ਜਿਸ ਤਰ੍ਹਾਂ ਦੇ ਕੋਈ ਨੇਮ ਆਪਣੇ ਸਮਾਜ ਦੇ ਲੋਕਾਂ ਵਾਸਤੇ ਬਣਾਉਂਦਾ ਹੈ, ਉਹਦੇ ਮੁਤਾਬਕ ਉਹਨਾਂ ਦਾ ਸੱਭਿਆਚਾਰ ਹੁੰਦਾ ਹੈ। ਕਹਿਣ ਤੋਂ ਭਾਵ ਹੈ ਕਿ ਅੰਤਰਰਾਸ਼ਟਰੀ ਪੱਧਰ ਤੇ ਜਿਸ ਖਿੱਤੇ ਵਿੱਚ ਲੋਕ ਵਸੇ ਨੇ, ਸਭ ਦਾ ਸੱਭਿਆਚਾਰ, ਉਹਨਾਂ ਦੀ ਜ਼ੁਬਾਨ, ਉਹਨਾਂ ਦੀਆਂ ਰੀਤਾਂ ਰਸਮਾਂ ਸਾਰੀਆਂ ਵੱਖਰੀਆਂ ਹੋਣਗੀਆਂ। ਭਾਰਤ ਦੇ ਪ੍ਰਸੰਗ ਵਿੱਚ ਕਿਉਂਕਿ ਵੱਖ-ਵੱਖ ਰਾਜ ਨੇ, ਵੱਖ-ਵੱਖ ਜ਼ੁਬਾਨਾਂ ਨੇ, ਵੱਖ-ਵੱਖ ਖਿੱਤਿਆਂ ਵਿੱਚ ਕੋਈ ਪਹਾੜੀ ਖੇਤਰ ਹੈ, ਕੋਈ ਪਾਣੀਆਂ ਦੇ ਵਿਚਕਾਰ ਹੈ, ਕੋਈ ਮੈਦਾਨੀ ਖੇਤਰ ਹੈ, ਜ਼ੁਬਾਨਾਂ ਲੋਕਾਂ ਦੀਆਂ ਵੱਖਰੀਆਂ ਨੇ। ਇਸ ਕਰਕੇ ਭਾਰਤ ਦੇ ਪ੍ਰਸੰਗ ਵਿੱਚ ਵੀ ਇਹ ਚੀਜ਼ ਉਸੇ ਤਰ੍ਹਾਂ ਸਾਰਥਕ ਹੈ ਕਿ ਸਾਰੇ ਖਿੱਤਿਆਂ ਦੀਆਂ ਰੀਤਾਂ ਰਸਮਾਂ ਵੱਖੋ ਵੱਖਰੀਆਂ ਨੇ। ਤੇ ਜੇ ਆਪਾਂ ਪੰਜਾਬ ਦੀ ਗੱਲ ਕਰੀਏ ਤੇ ਪੰਜਾਬ ਵੀ ਮਾਝੇ 'ਚ ਵੰਡਿਆ ਹੋਇਆ ਹੈ, ਮਾਲਵੇ 'ਚ, ਦੁਆਬੇ 'ਚ, ਪੁਆਧ 'ਚ, ਉਹ ਵੀ ਪੂਰਬੀ ਪੰਜਾਬ। ਇਸੇ ਤਰ੍ਹਾਂ ਲਹਿੰਦੇ ਪੰਜਾਬ ਦੀ ਗੱਲ ਕਰੀਏ, ਉਹਨਾਂ ਦੇ ਅਲੱਗ-ਅਲੱਗ ਉਪਭਾਸ਼ਾਈ ਖੇਤਰ ਨੇ। ਇਸ ਤਰ੍ਹਾਂ ਪੰਜਾਬ ਦੇ ਵਿੱਚ ਵੀ ਖਿੱਤੇ ਦੇ ਮੁਤਾਬਕ, ਲੋਕਾਂ ਦੇ ਧਰਮ ਦੇ ਮੁਤਾਬਕ, ਲੋਕਾਂ ਦੀ ਜਾਤ ਗੋਤ ਦੇ ਮੁਤਾਬਕ ਅਲੱਗ-ਅਲੱਗ ਰੀਤਾਂ ਰਸਮਾਂ ਨੇ। ਇਹਨੂੰ ਕਮਲ ਜੀ ਮੈਂ ਇਸ ਤਰ੍ਹਾਂ ਸਮਝਾ ਸਕਦੀ ਹਾਂ ਕਿ ਥੋੜਾ ਜਿਹਾ ਅੰਤਰ ਕਿਵੇਂ ਹੈ। ਜਦੋਂ ਆਪਾਂ ਮਾਝੇ ਦੀ ਗੱਲ ਕਰਦੇ ਹਾਂ, ਗੁਰਦਾਸਪੁਰ, ਅੰਮ੍ਰਿਤਸਰ, ਪਠਾਨਕੋਟ ਵਾਲੇ ਏਰੀਏ ਦੀ ਗੱਲ ਕਰਦੇ ਹਾਂ, ਉੱਥੇ ਪੁੱਤਰ ਦਾ ਵਿਆਹ ਹੁੰਦਾ ਹੈ ਤੇ ਪਲੇਠੇ ਪੁੱਤਰ ਦੇ ਨਾਲ ਜੁੜਿਆ ਹੋਇਆ ਜਿਹੜਾ ਗੀਤ ਹੈ, ਘੋੜੀ ਹੈ, ਪੇਠੜਾ ਹੈ, ਉਹ ਗਾਇਆ ਜਾਂਦਾ ਹੈ। ਅੱਛਾ ਜੀ। ਇਸੇ ਤਰ੍ਹਾਂ ਜਦੋਂ ਆਪਾਂ ਪੁਆਧ ਵਾਲੇ ਖੇਤਰ 'ਚ ਆ ਜਾਂਦੇ ਹਾਂ ਤਾਂ ਹੁਣ ਪੁਆਧ ਪਹਾੜੀ, ਨੀਮ ਪਹਾੜੀ ਇਲਾਕਾ ਹੈ ਤੇ ਪਹਾੜਾਂ ਦੇ ਵਿੱਚ ਜੰਗਲ ਨੇ, ਹਨਾ। ਕੋਈ ਵੀ ਲੜਕੀ ਨਹੀਂ ਚਾਹੇਗੀ ਕਿ ਮੇਰਾ ਵਿਆਹ ਹੈ ਜਿਹੜਾ ਜੰਗਲ ਦੇਸ਼ ਦੇ ਵਿੱਚ ਹੋਵੇ। ਤਾਂ ਫਿਰ ਉਹ ਲੜਕੀ ਕਹੇਗੀ ਕਿ ਜੰਗਲ ਦੇਸ਼ ਨਾ ਵਿਆਹੀ ਮੇਰੇ ਬਾਬਾ, ਹੈ ਨਾ, ਜੰਗਲ ਦੇਸ਼ ਬਾਬਾ ਮਰੂਏ ਦਾ ਬੂਟਾ, ਧੁੱਪ ਲੱਗੇ ਮਰੂਆ ਸੁੱਕ ਸੁੱਕ ਜਾਵੇ, ਬਾਰਿਸ਼ ਲੱਗੇ ਮਰੂਆ ਭਿੱਜ ਭਿੱਜ ਜਾਵੇ, ਕਾਦੀਆਂ ਛਾਉ ਬਾਬਾ ਬਾਬਲ ਬੇਟੀ ਨੇ ਬੈਠਣਾ, ਹੈ ਨਾ। ਤਾਂ ਇਸੇ ਤਰ੍ਹਾਂ ਜਿਵੇਂ ਇਹ ਪੁਆਧ ਦਾ ਗੀਤ ਹੈ, ਇਹ ਤੁਹਾਨੂੰ ਮਾਝੇ ਵਿੱਚ, ਮਾਲਵੇ ਵਿੱਚ, ਦੁਆਬੇ ਦੇ ਵਿੱਚ ਨਹੀਂ ਮਿਲੇਗਾ। ਇੱਕ ਹੋਰ ਰਸਮ ਹੈ, ਰੱਖੜੀ ਦੀ ਰਸਮ ਹੈ। ਆਪਾਂ ਰੱਖੜੀ ਭੈਣਾਂ ਵੱਲੋਂ ਭਰਾਵਾਂ ਦੇ ਬੰਨਣ ਦੇ ਨਾਲ ਹੀ ਆਮ ਤੌਰ ਤੇ ਰੱਖੜੀ ਨੂੰ ਸਮਝਦੇ ਹਾਂ ਜਾਂ ਉਹਨਾਂ ਅਰਥਾਂ ਵਿੱਚ ਲੈਂਦੇ ਹਾਂ। ਪਰ ਪੁਆਧ ਦੇ ਇਲਾਕੇ ਦੇ ਵਿੱਚ ਜਿਸ ਤਰ੍ਹਾਂ ਮਾਝਾ, ਮਾਲਵਾ, ਦੁਆਬਾ, ਉਹਦੇ ਵਿੱਚ ਵਿਆਹ ਤੋਂ ਪਹਿਲਾਂ ਲੜਕੀ ਤੇ ਲੜਕੇ ਦੇ ਗਾਨਾ ਬੰਨਿਆ ਜਾਂਦਾ ਹੈ,
ਕੰਗਣਾ ਬੰਨਿਆ ਜਾਂਦਾ ਹੈ ਤੇ ਪੁਆਧ ਦੇ ਵਿੱਚ ਗਾਨਾ ਬੰਨਣ ਦੇ ਨਾਲ ਰੱਖੜੀ ਬੰਨੀ ਜਾਂਦੀ ਹੈ ਤੇ ਰੱਖੜੀ ਪੈਰ ਦੇ ਵਿੱਚ ਬੰਨੀ ਜਾਂਦੀ ਹੈ। ਤੇ ਉਹ ਜਦੋਂ ਕੁੜੀ ਸਹੁਰਿਆਂ ਤੋਂ ਮੁੜਦੀ ਹੈ ਪਹਿਲੀ ਵਾਰ ਤਾਂ ਉਹ ਬਗਾਨੀ ਜੂਹ ਦੇ ਵਿੱਚ ਉਤਾਰ ਕੇ ਉਹਨੂੰ ਸੁੱਟ ਦਿੰਦੀ ਹੈ। ਤਾਂ ਤੁਸੀਂ ਬਿਲਕੁਲ ਸਹੀ ਪ੍ਰਸ਼ਨ ਕੀਤਾ ਕਿ ਕੀ ਪੰਜਾਬ 'ਚ ਰਹਿੰਦਿਆਂ ਵੀ ਸਾਨੂੰ ਕੋਈ ਇਹਨਾਂ ਵਿਆਹ ਨਾਲ ਜੁੜੀਆਂ ਹੋਈਆਂ ਰਸਮਾਂ 'ਚ ਕੋਈ ਵੱਖਰਤਾ ਵੇਖਣ ਨੂੰ ਮਿਲਦੀ ਹੈ। ਤਾਂ ਇਸ ਤਰ੍ਹਾਂ ਬਹੁਤ ਸਾਰੀਆਂ ਰਸਮਾਂ ਨੇ। ਇੱਕ ਹੋਰ ਰਸਮ ਹੈ ਕੱਚੀ ਪਿੰਨੀ ਹੈ। ਹੁਣ ਸਾਡੇ ਸਾਰੇ ਮਾਲਵੇ ਦੇ ਵਿੱਚ ਆਪਾਂ ਲੱਡੂਆਂ ਤੋਂ ਬਿਨਾਂ ਵਿਆਹ ਮੁਕੰਮਲ ਨਹੀਂ ਹੁੰਦਾ, ਪਰ ਜਦੋਂ ਮੇਰੇ ਦੀਦੀ ਹਰੇ ਮਾਝੇ 'ਚ ਰਹਿੰਦੇ ਨੇ ਉਹਨਾਂ ਨੇ ਬੇਟੇ ਦਾ ਵਿਆਹ ਕੀਤਾ ਤੇ ਹੁਣ ਉੱਥੇ ਲੱਡੂ ਨਹੀਂ ਸੀ। ਜਦੋਂ ਜਾਂਦੇ ਆ ਮੇਲਣਾ ਜਾਂਦੀਆਂ ਨੇ, ਮੇਲ ਜਾਂਦਾ ਹੈ ਤਾਂ ਮੇਲ ਦੇ ਸਵਾਗਤ ਦੇ ਵਿੱਚ ਆਪਾਂ ਚਾਹ ਦੇ ਨਾਲ ਮੱਠੀਆਂ ਰੱਖੀਆਂ, ਸ਼ੱਕਰਪਾਰੇ ਰੱਖੇ, ਨੁਗਦੀ ਰੱਖੀ, ਲੱਡੂ ਰੱਖੇ, ਤਾਂ ਹੁਣ ਉੱਥੇ ਲੱਡੂ ਨਹੀਂ ਹੈ। ਇਸੇ ਤਰ੍ਹਾਂ ਹੋਰ ਫਰਕ ਹੈ ਕਿ ਕੱਚੀ ਪਿੰਨੀ ਦਾ, ਤਾਂ ਕੱਚੀ ਪਿੰਨੀ ਚੌਲਾਂ ਨੂੰ, ਕੱਚੇ ਚੌਲਾਂ ਨੂੰ ਪੀਸ ਕੇ ਉਹਦੇ ਵਿੱਚ ਗੁੜ ਰਲਾ ਕੇ, ਸੁੱਕਾ ਮੇਵਾ ਰਲਾ ਕੇ ਅਕਸਰ ਜਦੋਂ ਗੌਣ ਬਿਠਾਏ ਜਾਂਦੇ ਨੇ ਜਾਂ ਆਪਾਂ ਸਾਹਾ ਕਢਾਇਆ ਜਾਂਦਾ, ਸਾਹਾ ਕੱਢ ਲਿਆ ਜਾਂਦਾ, ਵਿਆਹ ਦਾ ਦਿਨ ਨਿਸ਼ਚਿਤ ਹੋ ਗਿਆ ਤਾਂ ਉੱਥੇ ਉਸ ਪਿੰਨੀ ਦੇ ਨਾਲ ਮੂੰਹ ਮਿੱਠਾ ਕਰਾਇਆ ਜਾਂਦਾ। ਮਤਲਬ ਇਹ ਵੀ ਸੋਹਣੀ ਰੀਤ ਜਿਹੜੀ ਹੈਗੀ ਆ ਉਹ ਆਪਣੇ ਇਸ ਜਿਹੜੇ ਸੱਭਿਆਚਾਰ ਦੇ ਵਿੱਚ ਅਪਣਾਉਂਦੇ ਨੇ। ਹਾਂ ਬਿਲਕੁਲ ਠੀਕ ਹੈ। ਡਾਕਟਰ ਰਾਜਵੰਤ ਕੌਰ ਜੀ, ਜਿਵੇਂ ਤੁਸੀਂ ਦੱਸਿਆ ਇਹ ਸਾਰੀ ਜਿਹੜੇ ਅਲੱਗ-ਅਲੱਗ ਜਿਹੜੇ ਖਿੱਤਿਆਂ ਦੇ ਵਿੱਚ, ਖੇਤਰਾਂ ਦੇ ਵਿੱਚ ਉਹਨਾਂ ਦੀ ਵੱਖਰਤਾ ਪਾਈ ਜਾਂਦੀ ਹੈ। ਤੇ ਜਦੋਂ ਵਿਆਹ ਦੀ ਗੱਲ ਕਰਦੇ ਆ ਨਾ ਤਾਂ ਵਿਆਹ ਦੀ ਸ਼ੁਰੂਆਤ ਵਰ ਲੱਭਣ ਤੋਂ ਹੀ ਹੋ ਜਾਂਦੀ ਹੈ ਨਾ। ਜਦੋਂ ਘਰ ਪਰਿਵਾਰ ਦੇ ਵਿੱਚ ਜਿਹੜੀ ਕੁੜੀ ਹੈ ਜਾਂ ਮੁੰਡਾ ਹੈ ਵਿਆਹੁਣਯੋਗ ਹੋ ਜਾਂਦਾ ਹੈ ਤੇ ਵੱਡੇ ਜਿਹੜੇ ਬਜ਼ੁਰਗ ਹੁੰਦੇ ਨੇ ਉਹ ਘਰ ਦੇ ਜਿਹੜੇ ਜੀ ਹੈਗੇ ਨੇ ਉਹ ਚੰਗਾ ਵਰ ਲੱਭਣ ਦੀ ਜਾਂ ਚੰਗਾ ਜਿਹੜੀ ਹੈਗੀ ਕੁੜੀ ਲੱਭਣ ਦੀ ਕੋਸ਼ਿਸ਼ ਕਰਦੇ ਨੇ। ਉੱਥੋਂ ਸ਼ੁਰੂਆਤ ਹੋ ਜਾਂਦੀ ਹੈ। ਰਿਸ਼ਤੇ ਦੀ ਜਿਹੜੀ ਸ਼ੁਰੂਆਤ ਹੋ ਜਾਂਦੀ ਹੈ ਜਾਂ ਰਿਸ਼ਤਾ ਜਦੋਂ ਹੁੰਦਾ ਹੈ ਉਦੋਂ ਕਿਹੜੀਆਂ ਰਿਵਾਜ ਦੇ ਅਨੁਸਾਰ ਰੀਤਾਂ ਨਿਭਾਈਆਂ ਜਾਂਦੀਆਂ ਨੇ, ਰਸਮਾਂ ਨਿਭਾਈਆਂ ਜਾਂਦੀਆਂ ਨੇ ਔਰ ਕਿਹੜੇ ਗੀਤ ਜਿਹੜੇ ਹੈਗੇ ਆ ਉਹ ਗਾਏ ਜਾਂਦੇ ਨੇ? ਜੀ ਕਮਲ ਜੀ, ਇਸ ਤਰ੍ਹਾਂ ਹੈ ਕਿ ਕਿਉਂਕਿ ਸਾਡਾ ਸਮਾਜ ਹੈ ਜਿਹੜਾ ਉਹ ਪੁਰਸ਼ ਪ੍ਰਧਾਨ ਸਮਾਜ ਰਿਹਾ ਹੈ, ਲੜਕੀ ਘਰਾਂ ਦੇ ਵਿੱਚ ਹੀ ਰਹਿੰਦੀ ਰਹੀ ਹੈ, ਦਾਦੀ ਨਾਨੀ ਕੋਲੋਂ ਅੱਛੀ ਸਵਾਣੀ ਬਣਨ ਵਾਲੇ ਹੁਨਰ ਸਿੱਖਦੀ ਰਹੀ ਹੈ। ਜਦੋਂ ਲੜਕੀ ਵਾਸਤੇ ਵਰ ਵੇਖਣ ਦਾ ਮਸਲਾ ਆਉਂਦਾ ਸੀ ਜਾਂ ਨਾਈ ਵੱਲੋਂ ਜਾਂ ਵਿਚੋਲੇ ਵੱਲੋਂ ਜਦੋਂ ਕੋਈ ਦੱਸ ਪੈਂਦੀ ਸੀ ਤੇ ਘਰ ਦੇ ਬਜ਼ੁਰਗ ਮੈਂਬਰ ਹੈ ਜਿਹੜੇ ਉਹ ਲੜਕਾ ਦੇਖਣ ਲਈ ਜਾਂਦੇ ਸੀ ਤੇ ਉਸ ਵੇਲੇ ਵੀ ਘਰ ਦੀਆਂ ਸਵਾਣੀਆਂ ਗੀਤ ਗਾਉਂਦੀਆਂ ਸੀ। ਮਾਲਵੇ ਵਿੱਚ ਪ੍ਰਚਲਿਤ ਇੱਕ ਗੀਤ ਹੈ ਜਿਹੜਾ ਉਹਦੀ ਮੈਂ ਕੁਝ ਸਤਰਾਂ ਸਾਂਝੀਆਂ ਕਰਦੀ ਹਾਂ ਆਪਣੇ ਦਰਸ਼ਕਾਂ ਨਾਲ। ਹੱਥ ਫੜ ਸੋਟੀ ਬਾਬਾ ਤਨ ਕਰ ਤੋਤੀ ਵੇ, ਬੀਬੀ ਦਾ ਬਾਰ ਢੂੰਡਣ ਜਾਣਾ ਵੇ, ਉਰੇ ਨਾ ਟੋਲੀ ਪਰੇ ਨਾ ਟੋਲੀ, ਉਰੇ ਨਾ ਟੋਲੀ ਪਰੇ ਨਾ ਟੋਲੀ, ਮੈਂ ਕਿਹਾ ਟੋਲੀ ਤਾਂ ਟੋਲੀ ਤੁਰ ਜਗਰਾਮੀ ਵੇ। ਹੁਣ ਤੁਸੀਂ ਦੇਖੋ ਕਿ ਘਰ ਦੀ ਮਾਂ ਦੀ, ਦਾਦੀ ਦੀ, ਬਜ਼ੁਰਗ ਔਰਤਾਂ ਦੀ ਇੱਛਾ ਹੈ ਕਿ ਜਗਰਾਵਾਂ ਦੀ ਰੋਸ਼ਨੀ ਵਰਗੇ ਸ਼ਹਿਰ 'ਚ ਮੇਰੀ ਧੀ ਜਾਵੇ, ਹੈ ਨਾ। ਤਾਂ ਰੋਸ਼ਨੀਆਂ, ਚਾਨਣ, ਜ਼ਿੰਦਗੀ ਦੇ ਵਿੱਚ ਸੁੱਖ ਸੁਵਿਧਾਵਾਂ, ਹਰ ਤਰ੍ਹਾਂ ਦੀ ਖੁਸ਼ਹਾਲੀ, ਪਦਾਰਥਕ ਖੁਸ਼ਹਾਲੀ ਉਹ ਮੇਰੀ ਧੀ ਨੂੰ, ਮੇਰੀ ਦੋਤੀ ਨੂੰ, ਮੇਰੀ ਪੋਤੀ ਨੂੰ, ਮੇਰੀ ਭਾਣਜੀ ਨੂੰ, ਮੇਰੀ ਭਤੀਜੀ ਨੂੰ ਉਹ ਹੈ ਨਾ ਸੁੱਖ ਹੰਡਾਉਣਾ ਹੋਵੇ ਉਹਦਾ ਪਰਿਵਾਰ, ਆਪਣੇ ਪਤੀ ਨੂੰ ਲੈ ਕੇ, ਆਪਣੇ ਸੁਹਾਗ ਨੂੰ ਲੈ ਕੇ, ਆਪਣੇ ਸਹੁਰੇ ਪਰਿਵਾਰ ਨੂੰ ਲੈ ਕੇ ਬੱਚੀ ਕਿਸੇ ਵੀ ਕਿਸਮ ਦਾ ਕੋਈ ਜ਼ਿੰਦਗੀ 'ਚ ਸੰਤਾਪ ਨਾ ਭੋਗੇ। ਤਾਂ ਉਸ ਤਰ੍ਹਾਂ ਦੀ ਤਵੱਕੋ ਰੱਖਦੀਆਂ ਸੀ ਕਿ ਇੱਦਾਂ ਦਾ ਘਰ ਸੰਸਾਰ ਮੇਰੀ ਬੱਚੀ ਨੂੰ ਮਿਲੇ। ਬਿਲਕੁਲ ਆਪਣੇ ਮਨ ਦੀਆਂ ਜਿਹੜੀਆਂ ਭਾਵਨਾਵਾਂ ਨੇ ਉਹ ਲੋਕ ਗੀਤਾਂ ਦੇ ਵਿੱਚ ਹੈ ਨਾ, ਗੀਤ ਦੇ ਜ਼ਰੀਏ ਆਪਣੀਆਂ ਦੱਸ ਦੇਣੀਆਂ, ਹੈ ਨਾ। ਤੇ ਜਦੋਂ ਰਿਸ਼ਤਾ ਹੋ ਜਾਂਦਾ ਸੀ, ਪੱਕਾ ਹੋ ਜਾਂਦਾ ਸੀ, ਠਾਕਾ ਲੱਗਦਾ ਸੀ, ਹੈ ਨਾ, ਤੇ ਉਸ ਵੇਲੇ ਵੀ ਇੱਕ ਗੀਤ ਬਹੁਤ ਸੋਹਣਾ ਤੁਸੀਂ ਗਾਉਂਦੇ ਹੁੰਦੇ ਆ, ਭਲੇ ਲੋਕ। ਹਾਂਜੀ, ਉਹ ਜ਼ਰੂਰ ਗਾ ਕੇ ਜਿਹੜਾ ਸੁਣਾਇਆ ਜਾਵੇ। ਭਲੇ ਲੋਕ ਬੈਠੇ ਭਲੇ ਪੈਂਚ ਬੈਠੇ, ਬਾਬਾ ਤੇਰੇ ਵੇੜੇ ਵੇ, ਇਸ
ਉਸ ਵੇਲੇ ਦੇ ਗੀਤ, ਰੋਕੇ ਦੇ, ਮੰਗਣੇ ਵੇਲੇ ਦੇ, ਜਿਹੜੇ ਸਾਡੇ ਕੰਮ ਕਰਨ ਵਾਲੇ ਹੁੰਦਾ ਸੀ ਭਾਈਚਾਰਾ, ਜਿਹੜੇ ਲਾਗੀ ਹੁੰਦੇ ਸੀ, ਨਾਈ ਤੇ ਨਾਇਨ ਦੀ ਬੜੀ ਵੱਡੀ ਭੂਮਿਕਾ ਰਹੀ ਹੈ। ਇਸ ਵੇਲੇ ਉਹਨਾਂ ਦੀ ਹਾਜ਼ਰੀ ਨੂੰ ਵੀ ਸਲਾਹਿਆ ਜਾਂਦਾ ਸੀ, ਉਹਨਾਂ ਦੀ ਹਾਜ਼ਰੀ ਨੂੰ ਵੀ ਸਤਿਕਾਰਿਆ ਜਾਂਦਾ ਸੀ, ਕਿਉਂਕਿ ਉਹ ਸਮੇਂ ਸੀ ਕਿ ਧੀਆਂ ਘਰੇ ਹੁੰਦੀਆਂ ਸੀ, ਸਿੱਖਿਆ ਹਾਸਲ ਕਰਨ ਲਈ ਬਾਹਰ ਨਹੀਂ ਸੀ ਜਾਂਦੀਆਂ ਕਿਤੇ ਵੀ। ਤਾਂ ਹੁਣ ਲੜਕੀ ਨੂੰ ਜੋ ਘਰ ਸੰਸਾਰ, ਉਹਦਾ ਸੁਪਨਿਆਂ ਦਾ ਸੰਸਾਰ ਹੈ, ਉਸ ਸੰਸਾਰ ਨੂੰ ਸਮੂਰਤ ਕਰਨ ਵਾਲੇ ਜਿਹੜੇ ਸਕੇ ਸੰਬੰਧੀ ਹੁੰਦੇ ਸੀ, ਭੂਆ ਰਿਸ਼ਤਾ ਲੈ ਕੇ ਆ ਗਈ, ਕਿਸੇ ਵਿਚੋਲੇ ਦੇ ਰਾਹੀਂ ਦੱਸ ਪੈ ਗਈ ਹੈ ਨਾ, ਤਾਂ ਉਹ ਸਮੂਰਤ ਹੁੰਦੇ ਸੀ ਉਹਨਾਂ ਦੇ ਰਾਹੀਂ। ਤਾਂ ਹੁਣ ਉਹਨਾਂ ਲੋਕਾਂ ਦੇ ਉੱਤੇ ਪਿਛਲੇ ਸਮਿਆਂ ਦੇ ਵਿੱਚ ਰੱਬ ਵਰਗਾ ਵਿਸ਼ਵਾਸ ਹੁੰਦਾ ਰਿਹਾ, ਔਰ ਕਈ ਵਾਰੀ ਵਿਸ਼ਵਾਸ ਦੇ ਨਾਲ ਧੋਖਾ ਵੀ ਹੋ ਜਾਂਦਾ ਸੀ, ਔਰ ਵਿਆਹ ਹੈ ਜਿਹੜੇ ਅਣਜੋੜ ਵਿਆਹ ਵੀ ਹੋ ਜਾਂਦੇ ਸੀ, ਔਰ ਬਾਲ ਵਿਆਹ ਦੀ ਪ੍ਰਥਾ ਸੀਗੀ। ਇਹ ਤਾਂ ਸ਼ੁਕਰ ਹੈ ਕਿ ਜਿਹੜਾ ਬਾਲ ਵਿਆਹ ਪ੍ਰਥਾ ਨੂੰ ਕਾਨੂੰਨ ਬਣਿਆ, ਉਸ ਤੇ ਰੋਕ ਲੱਗੀ, ਤੇ ਜਿਹੜੇ ਅਣਜੋੜ ਵਿਆਹਾਂ ਦੇ ਸੰਤਾਪ ਹੈ ਨਾ ਸਾਰੀ ਉਮਰ ਲੜਕੀ ਨੂੰ ਭੋਗਣੇ ਪੈਂਦੇ ਸੀ, ਉਹ ਅਣਜੋੜਤਾ ਕਈ ਵਾਰ ਦਹਾਜੂਵਾਰ ਦੇ ਨਾਲ, ਕਿਉਂਕਿ ਦੱਸਿਆ ਨਹੀਂ ਸੀ ਹੁੰਦਾ, ਕੁੜੀ ਨੇ ਵੇਖਿਆ ਨਹੀਂ ਸੀ ਹੁੰਦਾ, ਕਈ ਵਾਰੀ ਉਮਰ ਵਿੱਚ ਬਹੁਤ ਵੱਡਾ ਹੁੰਦਾ ਸੀਗਾ ਕੰਤ ਜਿਹੜਾ ਹੈ, ਕਈ ਵਾਰੀ ਉਮਰ ਵਿੱਚ ਨਿਆਣਾ ਹੁੰਦਾ ਸੀ, ਕਈ ਵਾਰੀ ਰੰਗ ਸਾਂਵਲਾ ਹੁੰਦਾ ਸੀਗਾ, ਤੇ ਲੜਕੀ ਸੁਹਾਗ ਗੀਤਾਂ ਦੇ ਰਾਹੀਂ ਬਾਬਲ ਨੂੰ, ਬਜ਼ੁਰਗ ਦੇ ਅੱਗੇ ਇੱਛਾ ਦਾ ਇਜ਼ਹਾਰ ਕਰਦੀ ਸੀਗੀ ਕਿ ਰੰਗ ਦਾ ਸਾਂਵਲਾ ਨਾ ਹੋਵੇ, ਹੈ ਨਾ, ਕ੍ਰਿਸ਼ਨ ਵਰਗਾ ਵਰ ਹੋਵੇ, ਜਿਹਦਾ ਸ਼ਿੰਗਾਰ ਦੇ ਨਾਲ ਸੰਬੰਧ ਹੋਵੇ, ਸੰਜੋਗ ਦੀਆਂ ਘੜੀਆਂ ਦੇ ਨਾਲ ਸੰਬੰਧ ਹੋਵੇ। ਪਰ ਉੱਥੇ ਜਿਹੜਾ ਬਾਬਲ ਹੈ, ਭਾਵੇਂ ਜਿਹੜੇ ਲੋਕ ਗੀਤ ਨੇ ਨਾ, ਉਹ ਔਰਤ ਦੀ ਹੀ, ਨਾਰੀ ਮਨ ਦੀ ਹੀ ਸਿਰਜਣਾ ਨੇ। ਨਾਰੀ ਕਿਤੇ ਨਾ ਕਿਤੇ ਦਬੀ ਰਹੀ ਹੈ, ਕਿਤੇ ਨਾ ਕਿਤੇ ਉਹਦੀਆਂ ਭਾਵਨਾਵਾਂ ਦਮਿਤ ਹੁੰਦੀਆਂ ਰਹੀਆਂ ਨੇ, ਤਾਂ ਉਹਦੇ ਕੋਲ ਇਜ਼ਹਾਰ ਦਾ ਹੋਰ ਕੋਈ ਜ਼ਰੀਆ ਨਹੀਂ ਸੀ ਹੁੰਦਾ। ਤਾਂ ਜਿਹੜੇ ਹੁਨਰਾਂ ਦੇ ਨਾਲ ਉਹ ਜੁੜਦੀ ਸੀ, ਉਹਨਾਂ ਹੁਨਰਾਂ ਦੇ ਰਾਹੀਂ ਉਹ ਆਪਣੀਆਂ ਭਾਵਨਾਵਾਂ, ਆਪਣੇ ਜਜ਼ਬਾਤ ਅਭਿਵਿਅਕਤ ਕਰਦੀ ਸੀਗੀ। ਉਹਨਾਂ ਵਿੱਚੋਂ ਇੱਕ ਮਾਧਿਅਮ ਸੀ ਲੋਕ ਗੀਤ। ਤਾਂ ਹੁਣ ਲੋਕ ਗੀਤਾਂ ਦੇ ਰਾਹੀਂ ਜਦੋਂ ਉਹ ਸੁਹਾਗ ਦੇ ਰਾਹੀਂ ਬਾਬਲ ਨੂੰ ਕਹਿੰਦੀ ਹੈ ਕਿ ਸਾਂਵਲਾ ਵਰ ਨਾ ਹੋਵੇ, ਤਾਂ ਬਾਬਲ ਕਹਿੰਦਾ ਹੈ ਕਿ ਹੈ ਨਾ, ਸੂਰਤ ਦੇ ਨਾਲ ਸੀਰਤ ਦਾ ਵੀ ਮਹੱਤਵ ਹੈ। ਤਾਂ ਬਜ਼ੁਰਗ ਕਹਿੰਦੇ ਸੀਗੇ ਕਿ ਲੌਂਗਾਂ ਦਾ ਰੰਗ ਸਾਂਵਲਾ ਹੁੰਦਾ ਹੈ, ਪਰ ਲੌਂਗਾਂ ਦੀ ਮਹਿਕ ਹੈ ਜਿਹੜੀ ਉਹ ਪੂਰੇ ਵਾਤਾਵਰਨ ਨੂੰ ਮਹਿਕਾ ਦਿੰਦੀ ਹੈ। ਤਾਂ ਬੀਬੀ ਰੰਗ ਵੱਲ ਤਵੱਜੋ ਨਾ ਦੇ, ਹੈ ਨਾ, ਤੈਨੂੰ ਘਰ ਪਰਿਵਾਰ ਅੱਛੀ ਸੂਰਤ ਦੇ ਨਾਲ ਸੀਰਤ ਵਾਲਾ ਵੀ ਹੋਵੇ, ਮਤਲਬ ਉਹਨੂੰ ਸਦ ਆਚਾਰ ਕੀ ਹੈ, ਉਹਦਾ ਖੁਦ ਦਾ ਆਚਾਰ ਕੈਸਾ ਹੋਣਾ ਚਾਹੀਦਾ ਹੈ, ਉਹ ਵੀ ਲੋਕ ਗੀਤਾਂ ਦੇ ਰਾਹੀਂ ਸਿੱਖਿਆ ਦਿੱਤੀ। ਬਿਲਕੁਲ, ਬਹੁਤ ਮਹੱਤਤਾ ਹੈ ਲੋਕ ਗੀਤਾਂ ਦੀ, ਔਰ ਜੇਕਰ ਵਿਚਾਰ ਅਸੀਂ ਆਪਣੇ ਲੋਕ ਗੀਤਾਂ ਰਾਹੀਂ ਪ੍ਰਗਟ ਕਰਦੇ ਹਾਂ, ਤੇ ਕਈ ਵਾਰ ਸਿੱਖਿਆਵਾਂ ਵੀ ਸਾਨੂੰ ਲੋਕ ਗੀਤਾਂ ਰਾਹੀਂ ਬਹੁਤ ਸਾਰੀਆਂ ਮਿਲ ਜਾਂਦੀਆਂ ਸੀ। ਵੱਡੇ ਬਜ਼ੁਰਗ ਲੋਕ ਗੀਤਾਂ ਰਾਹੀਂ ਸਾਨੂੰ ਸਭ ਕੁਝ ਸਮਝਾ ਦਿੰਦੇ ਸੀ, ਹੈ ਨਾ। ਹੁਣ ਅਸੀਂ ਗੱਲ ਕਰਦੇ ਹਾਂ ਜਿਵੇਂ ਕਿ ਵਿਆਹ ਦੀਆਂ ਤਿਆਰੀਆਂ ਹੋਣੀਆਂ ਸ਼ੁਰੂ ਹੋ ਗਈਆਂ, ਹੈ ਨਾ, ਤੇ ਰਿਸ਼ਤਾ ਵੀ ਪੱਕਾ ਹੋ ਗਿਆ, ਹੈ ਨਾ, ਤੇ ਹੁਣ ਜਿਹੜਾ ਹੈਗਾ ਉਹ ਘਰ ਦੇ ਵਿੱਚ ਜਿਹੜੇ ਪਹਿਲੇ ਸਮਿਆਂ ਦੇ ਵਿੱਚ 20-21 ਦਿਨ ਪਹਿਲੇ ਹੀ ਜਿਹੜੇ ਹੈਗੇ ਉਹ ਤਿਆਰੀਆਂ ਕਰਨੀਆਂ ਸ਼ੁਰੂ ਕਰ ਦਿੰਦੇ ਸੀ। ਉਹਨਾਂ ਵਿੱਚ ਸਭ ਤੋਂ ਵੱਡੀ ਤਿਆਰੀ ਹੁੰਦੀ ਸੀ ਹਲਵਾਈ ਬਿਠਾਉਣਾ, ਹੈ ਨਾ, ਖਾਣ ਪੀਣਾ ਜਿਹੜਾ ਹੈਗਾ ਵਿਆਹ ਦੇ ਵਿੱਚ ਬਹੁਤ ਹੀ ਜਿਹੜਾ ਕਹਿ ਸਕਦੇ ਆ ਕਿ ਆਕਰਸ਼ਿਤ ਜਿਹੜਾ ਪੁਆਇੰਟ ਹੁੰਦਾ ਸੀਗਾ ਕਿ ਖਾਣਾ ਪੀਣਾ ਰੱਜ ਰੱਜ ਕੇ ਵੱਖ-ਵੱਖ ਤਰ੍ਹਾਂ ਦੀਆਂ ਭਾਂਤ ਤਰ੍ਹਾਂ ਦੀਆਂ ਸਾਨੂੰ ਖਾਣ ਪਦਾਰਥ ਮਿਲਣੇ ਹੈਗੇ, ਪਕਵਾਨ ਹੈ, ਰਸਦ ਤਿਆਰ ਕਰਨੀ ਹੈ, ਵੇਸਣ ਤਿਆਰ ਕਰਨਾ ਹੈ, ਦਾਲਾਂ ਪੀਣੀਆਂ ਨੇ, ਆਟਾ ਛਾਨਣਾ ਹੈ, ਕੋਠੀ ਆਟੇ ਦੀ ਰੀਤ ਕਰਨੀ ਹੈ, ਆਟੇ ਪਾਣੀ ਪਾਉਣ ਦੀ ਰੀਤ ਕਰਨੀ ਹੈ, ਕੜਾਹੀ ਚੜਾਉਣੀ ਹੈ, ਸਾਰੇ ਭਾਈਚਾਰੇ ਨੂੰ ਵੰਡਣ ਵਾਲੀ ਮਠਿਆਈ ਤਿਆਰ ਕੀਤੀ ਜਾਣੀ ਹੈ। ਤੁਸੀਂ ਕੜਾਹੀ ਚੜਾਉਣ ਦੀ ਗੱਲ ਕੀਤੀ ਤੇ ਕੜਾਹੀ ਚੜਾਉਣ ਵਾਲਾ ਗੀਤ ਇੱਕ ਯਾਦ ਆ ਗਿਆ। ਹਾਂਜੀ, ਜ਼ਰੂਰ। ਚੜੀਏ ਕੜਾਹੀ ਵੇ ਸਿੰਘ ਜੀ, ਪੱਕਦੀ ਸੀ ਨੁਗਦੀ ਵੇ, ਤੁਸੀਂ ਕਰ ਆਜੋ ਵੇ ਸਿੰਘ ਜੀ, ਸਾਡੀ ਨਾ ਪੁੱਗਦੀ ਵੇ, ਚੜੀਏ ਕੜਾਹੀ ਵੇ ਸਿੰਘ ਜੀ, ਪੱਕਦੇ ਸੀ ਮੰਡੇ ਵੇ, ਤੁਸੀਂ ਕਰ ਆਜੋ ਵੇ ਸਿੰਘ ਜੀ, ਪੈਂਦੇ ਸੀ ਡੰਡੇ ਵੇ, ਚੜੀਏ ਕੜਾਹੀ ਵੇ ਸਿੰਘ ਜੀ। ਹੁਣ ਕਮਲ ਜੀ ਤੁਸੀਂ ਦੇਖੋ
ਕਿ ਅੱਜ ਦੀ ਜੇ ਨੌਜਵਾਨ ਪੀੜ੍ਹੀ ਦੀ ਆਪਾਂ ਗੱਲ ਕਰੀਏ ਤੇ ਮੈਨੂੰ ਨਹੀਂ ਲੱਗਦਾ ਉਹਨਾਂ ਨੂੰ ਪਤਾ ਹੋਵੇ ਕਿ ਲੁਗਦੀ ਕੀ ਹੁੰਦੀ ਸੀ, ਤੇ ਮੰਡੇ ਕੀ ਹੁੰਦੇ ਸੀ, ਗੁਲਗੁਲੇ ਕੀ ਹੁੰਦੇ ਸੀ, ਹੈ ਨਾ। ਵਿਆਹ ਦੀਆਂ ਰਸਮਾਂ ਦੇ ਵਿੱਚ ਗੁਲਗੁਲਿਆਂ ਦੀ, ਮੱਠੀਆਂ ਦੀ, ਮੱਠੜਿਆਂ ਦੀ, ਮਤਲਬ ਮਿੱਠੇ ਪਕਵਾਨ ਦੀ ਕਿੰਨੀ ਮਹੱਤਤਾ ਸੀਗੀ। ਬਿਲਕੁਲ ਸਹੀ ਗੱਲ ਹੈ। ਜਿਵੇਂ ਵਿਆਹ ਦੀਆਂ ਅਸੀਂ ਗੱਲਾਂ ਕਰ ਰਹੇ ਨਾ, ਉਹ ਸਾਰੇ ਯਾਦ ਆ ਰਹੇ ਆ। ਉਹ ਬੂੰਦੀਆਂ ਜਿਹੜੇ ਨਾ ਬੂੰਦੀ ਕੜਾਈ ਦੇ ਵਿੱਚ ਪੈਣੀ, ਹੈ ਨਾ, ਉਹਦੀ ਮਹਿਕ ਦੇ ਨਾਲ ਘਰ ਪਰਿਵਾਰ ਦੇ ਵਿੱਚ ਪੂਰਾ ਵਾਤਾਵਰਨ ਹੈ ਜਿਹੜਾ ਉਹ ਮਹਿਕਿਆ ਜਾਂਦਾ। ਔਰ 7 ਸੁਹਾਗਣਾਂ ਦਾ ਖਾਸ ਮਹੱਤਵ ਹੋਣਾ, ਚੱਕੀ ਹੱਥ ਲਵਾਉਣਾ, ਭਾਈਚਾਰੇ ਦੇ ਸਾਰੇ ਭਾਈਚਾਰੇ ਦੀਆਂ ਸਵਾਣੀਆਂ ਨੇ ਇਕੱਠੇ ਹੋ ਜਾਣਾ। ਤੁਸੀਂ ਬੂੰਦੀ ਦੀ ਗੱਲ ਕੀਤੀ, ਬੂੰਦੀ ਦੇ ਲੱਡੂ ਤਿਆਰ ਹੋਣੇ, ਫਿਰ ਉਹ ਲੱਡੂ ਵਟਣੇ। ਮਤਲਬ ਅਸਲ 'ਚ ਸਾਂਝੇ ਘਰ ਹੁੰਦੇ ਸੀ, ਸਾਂਝੇ ਪਰਿਵਾਰ ਹੁੰਦੇ ਸੀ ਤੇ ਸਾਂਝੀਆਂ ਹੀ ਰਸਮਾਂ ਹੁੰਦੀਆਂ ਸੀ। ਤੇ ਪਿੰਡ ਦੀ ਧੀ ਭੈਣ, ਸਾਰੇ ਪਿੰਡ ਦੀ ਧੀ ਭੈਣ ਹੁੰਦੀ ਸੀ। ਮਤਲਬ ਇਹ ਉਹ ਸ਼ੁਭ ਕਾਰਜ ਹੁੰਦਾ ਸੀ ਕਿ ਜਿਹਦੇ ਵਿੱਚ ਸਿਰਫ ਘਰ ਪਰਿਵਾਰ, ਬਰਾਦਰੀ, ਨਾਨਕੇ, ਦਾਦਕੇ ਇਹੀ ਨਹੀਂ ਸੀ ਚਾਅ ਦੇ ਨਾਲ ਕਈ ਦਿਨ ਪਹਿਲਾਂ ਤਿਆਰੀ ਕਰਦੇ, ਕਈ ਦਿਨ ਪਹਿਲਾਂ ਸ਼ਾਮਲ ਹੁੰਦੇ, ਸਗੋਂ ਪੂਰੇ ਪਿੰਡ ਵਾਲੇ ਵੀ ਆਪਦੀ ਧੀ ਜਾਣ ਕੇ ਦੁੱਧ ਇਕੱਠਾ ਕਰਨਾ ਹੈ, ਮੰਜੇ ਇਕੱਠੇ ਕਰਨੇ ਹੈ, ਬਿਸਤਰੇ ਇਕੱਠੇ ਕਰਨੇ ਹੈ, ਪੂਰੀ ਜਿਹੜੀ ਮੇਲ ਆਇਆ ਹੋਇਆ ਹੈ ਮੇਲ ਦੀ ਆਓ ਭਗਤ ਕਰਨੀ ਹੈ। ਘਰਾਂ ਦੇ ਵਿੱਚ ਵਿਆਹ ਹੁੰਦੇ ਸੀਗੇ, ਜੰਝ ਘਰ ਹੁੰਦੇ ਸੀਗੇ, ਫਿਰ ਸਕੂਲ ਬਣ ਗਏ, ਸਕੂਲਾਂ ਦੇ ਵਿੱਚ ਜੰਝਾਂ ਦੀ ਆਓ ਭਗਤ ਹੋਣ ਲੱਗੀ। ਆਪਣੇ ਘਰ ਤੋਂ ਇਲਾਵਾ ਆਲੇ ਦੁਆਲੇ ਦੇ ਘਰਾਂ ਵਾਲਿਆਂ ਨੇ ਆਪਣੇ ਕਮਰੇ ਦੇ ਦੇਣੇ, ਕਿਸੇ ਨਾਨਕਿਆਂ ਨੇ ਕਿਤੇ ਰਹਿਣਾ, ਦਾਦਕਿਆਂ ਨੇ ਕਿਤੇ ਰਹਿਣਾ। ਔਰ ਵਿਆਹ ਦੇ ਵਿੱਚ ਜਿੰਨੀ ਮਠਿਆਈ ਤਿਆਰ ਹੋਈ ਹੈ ਉਹ ਸਾਰੇ ਘਰਾਂ ਦੇ ਵਿੱਚ ਖੁੱਲ੍ਹ ਕੇ ਭੇਜੀ ਜਾਣੀ, ਤਾਂ ਕਿ ਜਿੰਨੇ ਮਤਲਬ ਵਿਆਹ ਤੇ ਆਏ ਹੋਏ ਨੇ ਸਾਰੇ ਜਾਣੇ ਸੱਜਣ ਮਿੱਤਰ, ਉਹ ਸਾਰਿਆਂ ਦਾ ਕੋਈ ਵੀ ਨਾਰਾਜ਼ ਹੋ ਕੇ ਨਾ ਜਾਵੇ। ਜਿਵੇਂ ਤੁਸੀਂ ਗੱਲਾਂ ਕਰ ਰਹੇ ਹੋ ਨਾ, ਸੱਚੀ ਅੱਖਾਂ ਦੇ ਸਾਹਮਣੇ ਉਹ ਜਿਹੜਾ ਦ੍ਰਿਸ਼ ਹੈ ਨਾ ਉਹ ਬਣਦਾ ਜਾ ਰਿਹਾ ਹੈਗਾ ਆ ਕਿ ਕਿਵੇਂ ਅਸੀਂ ਵੀ ਛੋਟੇ ਹੁੰਦੇ ਵਿਆਹ ਜਦੋਂ ਦੇਖੇ ਸੀ ਤਾਂ ਇਹੋ ਜਿਹੇ ਵਿਆਹ ਹੁੰਦੇ ਸੀ ਜਿਹੜੇ ਤੁਸੀਂ ਹੁਣ ਦੇ ਸਮੇਂ ਤੇ ਦੱਸ ਰਹੇ ਹੋ ਨਾ, ਭਾਵੇਂ ਕਿ ਅੱਜ ਬੇਸ਼ੱਕ ਬਹੁਤ ਸਮਾਂ ਬਦਲ ਗਿਆ ਹੈਗਾ ਆ। ਜਦੋਂ ਹਲਵਾਈ ਬਿਠਾਇਆ ਜਾਂਦਾ ਸੀ ਤੇ ਘਰ ਦਾ ਮਾਹੌਲ ਵੀ ਬੜਾ ਵਧੀਆ, ਜਿਹੜੇ ਆਓ ਭਗਤ ਆਪਾਂ ਕਰਨੀ ਸਾਰਿਆਂ ਦੀ ਨਾ, ਰਿਸ਼ਤੇਦਾਰਾਂ ਨੇ ਆਉਣਾ ਸ਼ੁਰੂ ਕਰ ਦੇਣਾ। ਫਿਰ ਹੁੰਦੀ ਸੀ ਮਾਈਏ ਦੀ ਰਸਮ, ਜਿਹਨੂੰ ਵਟਣਾ ਜਾਂ ਤੇਲ ਚੜਾਉਣਾ ਵੀ ਕਹਿੰਦੇ ਹੈਗੇ ਆ। ਉਹ ਰਸਮ ਕਿੱਦਾਂ ਹੁੰਦੀ ਸੀ ਔਰ ਉਹਦੇ ਸਮੇਂ ਤੇ ਕੀ ਕੀ ਗੀਤ ਗਾਏ ਜਾਂਦੇ ਸੀ, ਇਹ ਵੀ ਦੱਸਿਆ ਜਾਵੇ। ਓਕੇ ਕਮਲ ਜੀ, ਹੁਣ ਤੇ ਮੰਡੀ ਦਾ ਯੁੱਗ ਹੈ, ਪੈਸਾ ਚਾਹੀਦਾ ਹੈ, ਸਾਰਾ ਕੁਝ ਇੱਕ ਦਿਨ 'ਚ 2 ਦਿਨਾਂ ਦੇ ਵਿੱਚ ਤੁਹਾਡੇ ਕੋਲੇ ਤਿਆਰ ਹੋ ਜਾਂਦਾ ਹੈ, ਘਰੇ ਪਹੁੰਚ ਜਾਂਦਾ ਹੈ। ਇੱਕ ਦਿਨ 'ਚ ਵਿਆਹ ਸਿਮਟ ਗਿਆ। ਪਹਿਲਾਂ ਤਾਂ ਬਹੁਤ ਲੰਬੇ ਦਾਇਰੇ ਦੇ ਵਿੱਚ ਵਿਆਹ ਫੈਲੇ ਹੋਏ ਹੁੰਦੇ ਸੀਗੇ, ਹੈ ਨਾ। ਸਾਰਾ ਸਮਾਨ ਘਰੇ ਤਿਆਰ ਕੀਤਾ ਜਾਂਦਾ ਸੀਗਾ। ਤਾਂ ਵਟਣਾ ਵੀ ਹੈ ਘਰੇ ਤਿਆਰ ਕੀਤਾ ਜਾਂਦਾ ਸੀ। ਜੌਆਂ ਦਾ ਆਟਾ ਮਿਲਾਉਣਾ, ਵਿੱਚ ਦਹੀਂ ਮਿਲਾਉਣਾ, ਵਿੱਚ ਤੇਲ ਮਿਲਾਉਣਾ, ਵਿੱਚ ਪਾਣੀ ਮਿਲਾਉਣਾ, ਔਰ ਵਟਣਾ ਤਿਆਰ ਕਰਕੇ ਉਹਦੇ ਵਿੱਚ ਦੁੱਬ ਲਾਉਣੀ। ਤੇ ਫਿਰ ਜਿਹੜੀ ਲੜਕੀ ਹੈ, ਵਿਆਹੁਲੀ ਲੜਕੀ ਹੈ, ਉਹਦੇ ਘਰੇ ਵੀ ਵਟਣਾ ਵਿਆਹੁਲੀ ਦੇ ਮਲਿਆ ਜਾਣਾ। ਇਸੇ ਤਰ੍ਹਾਂ ਵਿਆਹੁਲਾ ਲੜਕਾ ਹੈ, ਵਿਆਹ ਵਾਲਾ ਘਰ ਹੈ, ਵਿਆਹੁਲੇ ਲੜਕੇ ਦੇ ਵੀ ਵਟਣਾ ਮਲਿਆ ਜਾਣਾ। ਔਰ 5 ਜਾਂ 7 ਵਟਣੇ ਲਾਏ ਜਾਂਦੇ ਸੀਗੇ। ਹੁਣ ਉਹ ਵੀ ਹੈ ਜਿਹੜਾ ਕੀ ਹੈ ਸਿਮਟਦਾ ਜਾ ਰਿਹਾ ਹੈ। ਲੜਕੀਆਂ ਹਾਰ ਸ਼ਿੰਗਾਰ ਵੱਲ ਬਹੁਤਾ ਧਿਆਨ ਨਹੀਂ ਸੀ ਦਿੱਤਾ ਜਾਂਦਾ। ਲੜਕੀਆਂ ਬਹੁਤ ਆਪਾਂ ਕਹਿ ਦਈਏ ਕਿ ਬਿਨਾਂ ਹਾਰ ਸ਼ਿੰਗਾਰ ਤੋਂ ਸੋਹਜ, ਸਿਆਣਪ, ਸੁੰਦਰਤਾ ਦੀ ਤਵੱਕੋ ਉਹਨਾਂ ਦੇ ਸਿਰਫ ਸਰੀਰਕ ਖੂਬਸੂਰਤੀ ਦੇ ਵਿੱਚੋਂ ਰੱਖੀ ਜਾਂਦੀ ਸੀਗੀ। ਤੇ ਹੁਣ ਉਹ ਜਦੋਂ ਵਟਣਾ ਤਿਆਰ ਕੀਤਾ ਜਾਣਾ ਤਾਂ ਉਹਨੇ ਬੱਤੀਆਂ ਬਣ ਕੇ ਲੈਣਾ ਤੇ ਉਸ ਵੇਲੇ ਵਟਣੇ ਦੇ ਗੀਤ ਗਾਏ ਜਾਣੇ ਜਦੋਂ ਬੰਨ ਲਾਏ। ਔਰ ਇਸੇ ਦੌਰ ਨੂੰ, ਇਸੇ ਸਮੇਂ ਨੂੰ, ਇਸੇ ਰਸਮ ਨੂੰ ਮਾਈਆਂ ਪਾਉਣ ਦੇ ਨਾਲ ਵੀ ਜੋੜਿਆ ਜਾਂਦਾ ਹੈ। ਔਰ ਇਸੇ ਰਸਮ ਨੂੰ ਮਾਂਝੇ ਪਾਉਣ ਦੇ ਨਾਲ ਵੀ ਜੋੜਿਆ ਜਾਂਦਾ ਹੈ। ਅੱਛਾ, ਮਾਂਝੇ ਪਾਉਣਾ ਕੀ ਹੁੰਦਾ? ਹਾਂ, ਮਾਂਝੇ ਪਾਉਣਾ ਔਰ ਮਾਂਝੇ ਪਾਉਣਾ ਵੀ ਮੈਂ ਬੰਨ ਲਾਉਣਾ ਕਿ ਇਸ ਤੋਂ ਬਾਅਦ ਲੜਕੀ ਤੇ ਲੜਕੇ ਨੇ ਘਰ ਤੋਂ ਬਾਹਰ ਨਹੀਂ ਜਾਣਾ। ਯਾਨੀ ਕਿ ਉਹ ਸਮੇਂ ਸੀਗੇ ਕਿ ਜਦੋਂ ਕੋਈ ਦੁਰਘਟਨਾ ਜਾਂ ਕੋਈ ਅਨਹੋਣੀ ਨਾ ਵਾਪਰ ਜੇ, ਕਿਉਂਕਿ ਸਾਹਾ ਤੈਅ ਹੋ ਗਿਆ, ਵਿਆਹ ਦਾ ਦਿਨ ਨਿਸ਼ਚਿਤ ਹੋ ਗਿਆ, ਬਰਾਤ ਦਾ ਟਿਕਾਓ ਹੋਣ ਵਾਲਾ ਹੈ ਤੇ ਹੁਣ ਜਿਹੜੀ ਜੋੜੀ ਹੈ ਉਹ ਚਿਰੰਜੀਵ ਉਮਰ ਭੋਗੇ। ਇਸ ਕਰਕੇ ਉਹਨਾਂ ਦੇ ਘਰ ਦੇ ਬਾਹਰ ਜਾਣ ਤੋਂ ਬੈਨ ਹੁੰਦਾ ਸੀ, ਬੰਧਨ, ਰੋਕ ਲਗਾ ਦਿੱਤੀ ਜਾਂਦੀ ਸੀ। ਇਸੇ ਤਰ੍ਹਾਂ ਸਜਨ ਸਵਰਨ ਤੋਂ ਰੋਕ ਲਗਾ ਦਿੱਤੀ ਜਾਂਦੀ ਸੀ, ਕਿਉਂਕਿ ਹੁਣ ਉਹਨਾਂ ਨੇ ਗ੍ਰਹਿਸਥ ਆਸ਼ਰਮ ਦੇ ਵਿੱਚ ਪ੍ਰਵੇਸ਼ ਕਰਨਾ ਹੈ ਨਾ, ਕੁਆਰ ਪੁਣੇ ਤੋਂ ਵਿਆਹੁਤਾ ਜੀਵਨ ਵਿੱਚ ਪ੍ਰਵੇਸ਼ ਕਰਨਾ ਹੈ। ਤੇ ਉਹਦੇ ਲਈ ਉਹ ਵਟਣਾ ਮਲਣ ਤੋਂ ਬਾਅਦ ਉਹ ਉਹਨਾਂ ਦਾ ਚਿਹਰਾ, ਉਹਨਾਂ ਦਾ ਰੰਗ ਰੂਪ ਨਿਖਰ ਕੇ ਆਵੇ,
ਔਰ ਜਦੋਂ ਵਟਣਾ ਮਲਿਆ ਜਾਂਦਾ ਸੀ ਤੇ ਸਾਹਮਣੇ ਦੀਵਾ ਜਗਾ ਕੇ ਰੱਖਿਆ ਜਾਂਦਾ ਸੀਗਾ ਔਰ ਲੜਕੀ ਤੇ ਲੜਕੇ ਨੂੰ ਕਿਹਾ ਜਾਂਦਾ ਸੀ ਕਿ ਉਹ ਦੀਵੇ ਦੇ ਪ੍ਰਕਾਸ਼ ਵੱਲ ਦੇਖੇ ਤਾਂ ਕਿ ਉਹ ਜਿਹੜਾ ਦੀਵੇ ਦਾ ਪ੍ਰਕਾਸ਼ ਹੈ ਉਸ ਤਰ੍ਹਾਂ ਦਾ ਪ੍ਰਕਾਸ਼, ਉਸ ਤਰ੍ਹਾਂ ਦੀ ਆਭਾ ਉਸ ਲੜਕੀ ਤੇ ਲੜਕੇ ਦੇ ਵਿੱਚ ਵੀ ਪ੍ਰਵੇਸ਼ ਹੋਵੇ, ਉਹਨਾਂ ਦਾ ਔਰਾ ਪੋਜ਼ਿਟਿਵ ਹੋਵੇ, ਉਹ ਉਸਾਰੂ ਸੋਚ ਲੈ ਕੇ ਨਵੇਂ ਜੀਵਨ ਦੇ ਵਿੱਚ ਪ੍ਰਵੇਸ਼ ਕਰਨ। ਤੇ ਕਮਲ ਜੀ ਇਸ ਵੇਲੇ ਫਿਰ ਜਿਹੜਾ ਗੀਤ ਗਾਉਂਦੇ ਸੀਗੇ ਉਹ ਸਿੱਠਣੀਆਂ ਨੂੰਮਾ ਗੀਤ ਵੀ ਹੁੰਦੇ ਸੀ। ਪੁਆਧ ਵਿੱਚ ਸਿੱਠਣੀਆਂ ਨੂੰਮਾ ਗੀਤ ਨੇ ਤੇ ਹਾਸਾ ਤਮਾਸ਼ਾ ਕੀਤਾ ਜਾਂਦਾ ਹੈ। ਤੇ ਸਾਡੇ ਜਿਹੜੇ ਮਾਲਵੇ ਵਾਲੇ ਨੇ, ਮਾਝੇ ਵਾਲੇ ਨੇ, ਦੁਆਬੇ ਵਾਲੇ ਨੇ, ਉਹ ਸਿੱਠਣੀਆਂ ਵਰਗੇ ਗੀਤ ਵਟਣੀ ਵੇਲੇ ਨਹੀਂ ਗਾਉਣ ਦਾ ਰੁਝਾਨ। ਅੱਛਾ ਜੀ। वाह वाह के वटना कटोरे का, वाह वाह के वटना कटोरे का, वाह वाह मलेंदियाँ दो जनियाँ, वाह वाह दरानियाँ जठानड़ियाँ। क्या बात है, बहुत सोहना गीत और इन्हां गीतां विच कितना प्यार है ना। पेंजन कोलों बात लई जांदी सीगी है ना, दीवा जगाउण वास्ते हल्दी तैयार करवाई जांदी सीगी। बहुत अच्छे समय सीगे, रस पिन्ना माहौल नूं होर मनोरंजक बना दिंदे सीगे ਜਿਹੜੇ ਵਿਆਹ ਦੀਆਂ ਰਸਮਾਂ ਤੇ ਵਿਆਹ ਦੇ ਗੀਤ ਹੈ ਜਿਹੜੇ। ਔਰ ਸਾਰਾ ਨਾ ਧੀ ਵਾਲਿਆਂ ਦਾ ਪੂਰਾ ਧੀ ਵਾਲਿਆਂ ਦੇ ਉੱਤੇ ਹੀ ਬੋਝ ਨਹੀਂ ਸੀ ਰਹਿ ਜਾਂਦਾ। ਜਦੋਂ ਕਿ ਤੁਸੀਂ ਹੁਣ ਦੇਖੋਗੇ ਨਾ ਸੰਯੁਕਤ ਪਰਿਵਾਰ ਵੀ ਨਹੀਂ ਹੈ, ਇਕਹਿਰੇ ਪਰਿਵਾਰ ਨੇ, ਮਾਂ ਹੈ, ਪੁੱਤ ਹੈ, ਪਿਓ ਹੈ, ਧੀ ਹੈ, ਦੋ ਭਰਾ ਹੈ ਜਾਂ ਦੋ ਬੱਚੀਆਂ ਨੇ, ਛੋਟੇ ਪਰਿਵਾਰ ਨੇ। ਔਰ ਜਿਹੜਾ ਆਪਾਂ ਕਹਿ ਦਈਏ ਕਿ ਔਖਾ ਹੋ ਗਿਆ, ਥੋੜਾ ਸਮਾਂ ਹੈ, ਥੋੜੇ ਸਮੇਂ 'ਚ ਸਿਮਟਣ ਕਰਕੇ ਔਰ ਘਰ ਤੋਂ ਪਿੰਡ ਦੀ ਇਕਾਈ ਤੋਂ ਨਿਕਲ ਕੇ ਮੈਰਿਜ ਪੈਲਸਾਂ ਦੇ ਵਿੱਚ ਵਿਆਹਾਂ ਦਾ ਚਲੇ ਜਾਣਾ, ਉਹਦੇ ਨਾਲ ਖਰਚਾ ਵੀ ਬਹੁਤ ਜ਼ਿਆਦਾ ਵਧਿਆ ਹੈ। ਅਸੀਂ ਬਹੁਤ ਸਾਰੀਆਂ ਰਸਮਾਂ ਵੀ ਫਾਲਤੂ ਦੀਆਂ ਆਪਣੇ ਗੱਲ ਪਾ ਲੀਆਂ ਨੇ, ਜਿਸ ਤਰ੍ਹਾਂ ਮਿਲਣੀ ਕਰਨੀ ਹੈ, ਮਿਲਨੀਆਂ ਬਹੁਤ ਜ਼ਿਆਦਾ ਵੱਡੀ ਗਿਣਤੀ ਵਿੱਚ ਹੋਣ ਲੱਗੀਆਂ ਔਰ ਮਿਲਨੀਆਂ ਦੇ ਉੱਤੇ ਕਿੰਨੀਆਂ ਕਿੰਨੀਆਂ ਮੁੰਦਰੀਆਂ ਦੀ ਗਹਿਣੇ ਪਾਉਣ ਦਾ ਰੁਝਾਨ ਹੋ ਗਿਆ। ਮੈਨੂੰ ਲੱਗਦਾ ਕਿ ਉਹ ਫਾਲਤੂ ਖਰਚੇ ਦੀ ਥਾਂ ਤੇ ਜਿੰਨਾ ਅਸੀਂ ਘੱਟ ਖਰਚੇ ਦੇ ਵਿੱਚ ਉਹ ਪੈਸਾ ਅਸੀਂ ਆਪਣੇ ਧੀ ਤੇ ਪੁੱਤਰ ਦੇ ਸੁਨਹਿਰੇ ਭਵਿੱਖ ਵਾਲੇ ਪਾਸੇ ਲਗਾ ਸਕਦੇ ਹਾਂ। ਅਸੀਂ ਕਰਜ਼ੇ ਨਹੀਂ, ਸਾਡੇ ਤੇ ਕਰਜ਼ੇ ਨਾ ਚੜਨ। ਬਿਲਕੁਲ, ਇਹ ਬਹੁਤ ਸੋਹਣੀ ਸੋਚ ਹੈ ਔਰ ਬਹੁਤ ਸੋਹਣਾ ਸੁਨੇਹਾ ਵੀ ਜਿਹੜਾ ਹੈਗਾ ਇਹ ਵਿਆਹ ਦੇ ਰਸਮਾਂ ਰੀਤਾਂ ਦੇ ਵਿੱਚ ਤੁਸੀਂ ਦੇ ਰਹੇ ਹੋ। ਔਰ ਇੱਕ ਮੇਰੇ ਦਿਮਾਗ 'ਚ ਆ ਰਿਹਾ ਸੀ, ਜਦੋਂ ਮਾਈਏ ਦਾ ਮਾਹੌਲ ਹੁੰਦਾ ਹੈ ਨਾ ਤੇ ਚਾਰ ਜਾਣੇ ਜਿਹੜੇ ਹੈਗੇ ਆ ਉਹ ਚੁੰਨੀ ਦੇ ਲੜ ਫੜ ਕੇ ਤਾਣਦੇ ਨੇ, ਹੈ ਨਾ, ਫੁਲਕਾਰੀ ਤਾਣੀ ਜਾਂਦੀ ਹੈ ਜਾਂ ਗੁਲਾਬੀ ਚੁੰਨੀ ਜਿਹੜੀ ਹੁੰਦੀ ਹੈ ਉਹ ਤਾਣੀ ਜਾਂਦੀ ਹੈ। ਤੇ ਉਹਦੇ ਵਿੱਚ ਅਕਸਰ ਅਸੀਂ ਦੇਖਦੇ ਹਾਂ ਕਿ ਲੱਡੂ ਪਾਏ ਹੁੰਦੇ ਨੇ ਜਾਂ ਉਹ ਜਿਹੜੇ ਗੋਗਲੇ, ਜਿਹਨੂੰ ਤੁਸੀਂ ਗੁਲਗੁਲੇ ਵੀ ਕਹਿੰਦੇ ਹੈ, ਉਹ ਪਾਏ ਜਾਂਦੇ ਨੇ। ਇਹਦਾ ਕੀ ਮਤਲਬ ਮਹੱਤਵ ਹੁੰਦਾ ਹੈ? ਇਹ ਜਿਨਕੀ ਜਿਹੜੀ ਉਹ ਤਾਣੀ ਹੋਈ ਜਿਹੜੀ ਚੁੰਨੀ ਹੈ ਉਹਦੇ ਵਿੱਚ ਮਿੱਠਾ ਪਾਉਣ ਦਾ ਕੀ ਮਹੱਤਵ ਹੈ? ਅਸਲ 'ਚ ਉਹ ਜਿਹੜੀ ਤਾਣੀ ਹੋਈ ਫੁਲਕਾਰੀ ਹੈ, ਚੁੰਨੀ ਹੈ, ਇੱਕ ਤਾਂ ਉਹਦਾ ਟੂਲੀ ਰੰਗ ਹੈ ਜਿਹੜਾ ਸ਼ਗਨਾਂ ਦਾ ਰੰਗ ਹੈ, ਲਾਲ, ਗੁਲਾਬੀ, ਨਾਭੀ ਹੈ ਨਾ, ਕੇਸਰੀ ਔਰ ਉਹਦੇ ਵਿੱਚ ਪੀਲਾ ਰੰਗ, ਉਹ ਸ਼ਗਨਾਂ ਦੇ ਰੰਗ ਨੇ। ਅਗਲੀ ਚੀਜ਼ ਹੈ ਕਿ ਪਹਿਲੇ ਸਮੇਂ ਦੇ ਵਿੱਚ ਜਿਵੇਂ ਮੈਂ ਕਿਹਾ ਕਿ ਲੱਕੜੀ ਦੀ ਫੱਟੀ ਹੈ, ਉਹਦੀ ਵਰਤੋਂ ਹੈ। ਉਹਦੇ ਵਿੱਚ ਹੈ ਕਿ ਅਗਨੀ ਦੇਵਤਾ ਦੀ ਆਰਾਧਨਾ ਵਾਲਾ ਪਾਠ ਹੈ ਜਿਹੜਾ ਜੁੜ ਗਿਆ ਹੈ, ਪਾਣੀ ਦੇ ਨਾਲ ਜੁੜਿਆ ਹੋਇਆ ਹੈ, ਅਗਨੀ ਰੋਸ਼ਨੀ ਦੇ ਨਾਲ ਸੰਬੰਧਿਤ ਹੋ ਗਿਆ। ਤਾਂ ਜਿਹੜੀ ਕੁਦਰਤੀ ਸ਼ਕਤੀਆਂ ਨੇ ਉਹਨਾਂ ਦੇ ਨਾਲ ਸੰਬੰਧ ਹੋ ਗਿਆ। ਕੁਦਰਤੀ ਸ਼ਕਤੀਆਂ ਕੋਈ ਰੁਕਾਵਟ ਨਾ ਪਾਉਣ ਜਾਂ ਕੋਈ ਈਲ ਬਲਾ, ਮਤਲਬ ਪੁਰਾਣੇ ਲੋਕਾਂ ਦੀ ਮਾਨਸਿਕਤਾ ਹੁੰਦੀ ਸੀ ਹੁਣ ਬੱਚੇ ਨੂੰ ਨਜ਼ਰ ਨਾ ਲੱਗ ਜੇ, ਇਸ ਕਰਕੇ ਲਾੜੇ ਦੇ ਸਿਹਰਾ ਬੰਨਤਾ, ਸੁਰਮਾ ਪਾ ਦਿੱਤਾ, ਨਜ਼ਰ ਵੱਟੂ ਲਗਾ ਦਿੱਤਾ। ਤਾਂ ਉਹੀ ਚੀਜ਼ ਕਿ ਫੁਲਕਾਰੀ ਤਾਣਦੇ ਹੈ ਕਿ ਬਾਹਰੋਂ ਕੋਈ ਪਰਾ ਭੌਤਿਕ ਸ਼ਕਤੀ ਹੈ ਜਿਹੜੀ, ਜਾਂ ਆਪਾਂ ਕਹਿ ਦਈਏ ਕੋਈ ਮਾੜੀ, ਕਿਸੇ ਦੀ ਮਾੜੀ ਨਜ਼ਰ, ਇਹ ਵੀ ਕਿਹਾ ਜਾਂਦਾ ਸੀਗਾ ਕਿ ਕਿਸੇ ਦੀ ਨਜ਼ਰ ਨਾ ਲੱਗ ਜੇ। ਪਰ ਇਹ ਸੱਚੀ ਗੱਲ ਹੈ, ਨਜ਼ਰ ਨਾ ਲੱਗ ਜਾਵੇ, ਕਿਉਂਕਿ ਮੁੰਡਾ ਜਾਂ ਕੁੜੀ ਜਿਹਨੂੰ ਮਾਈਆਂ ਲੱਗਦਾ ਹੈ ਨਾ, ਸੱਚੀ ਬਹੁਤ ਸੋਹਣਾ ਲੱਗਣ ਲੱਗ ਪੈਂਦਾ ਹੈ। ਅਸਲ 'ਚ ਕੀ ਹੈ ਕਿ ਕਿੰਨੇ ਦਿਨ ਹੋ ਗਏ ਪਹਿਲਾਂ ਨਹਾਉਂਦੇ ਨਹੀਂ ਸੀਗੇ, ਕਿਉਂਕਿ ਨਹਾਈ ਧੋਈ ਵਿਆਹ ਤੋਂ ਪਹਿਲਾਂ ਹੋਣੀ ਹੈ ਤੇ ਜਦੋਂ ਬੰਨ ਲਾ ਦੇਣਾ ਉਦੋਂ ਬਾਅਦ ਉਹਨੇ ਨਹਾਉਣਾ ਨਹੀਂ ਹੈ। ਤਾਂ ਉਹ 7, 8, 11 ਜਦੋਂ ਬਟਨੇ ਲੱਗ ਜਾਣੇ ਹੈ, ਹਲਦੀ ਇੰਨੀ ਵਾਰ ਲੱਗੀ ਹੋਈ ਉਹਦੇ ਪਿੰਡ ਦੇ ਉੱਤੇ ਤੇ ਬਿਨਾਂ ਸ਼ੱਕ ਨਿਖਾਰ ਆਣਾ ਉਹਦੇ, ਹੈ ਨਾ। ਔਰ ਤੁਸੀਂ ਲੱਡੂਆਂ ਦੀ ਗੱਲ ਕੀਤੀ, ਗੁਲਗੁਲੇ
ਗੁਲਗੁਲਿਆਂ ਦੀ ਗੱਲ ਕੀਤੀ ਤੇ ਨਾਲ ਇਹ ਮਿੱਠਾ ਹੈ ਹਨਾ। ਤੁਸੀਂ ਦੇਖਿਆ ਹੋਣਾ ਕਿ ਜਦੋਂ ਡੋਲੀ ਵਿਦਾ ਹੁੰਦੀ ਹੈ, ਤੁਰਦੀ ਹੈ ਹਨਾ, ਕਿੰਨਾ ਮਤਲਬ ਉਦੋਂ ਮਾਰਮਿਕ ਦ੍ਰਿਸ਼ ਹੁੰਦਾ ਹੈ, ਬੜੇ ਵੇਦਨਾਮਈ ਹੈ ਜਿਹੜੇ ਉਹ ਸੁਹਾਗ ਗੀਤ ਗਾਏ ਜਾਂਦੇ ਨੇ। ਮਾਂ ਹੈ ਜਿਹੜੀ ਉਹ ਮਿੱਠੀ ਕੱਚੀ ਲੱਸੀ ਬਣਾ ਕੇ ਉਹ ਗੱਡੀ ਦੇ ਟਾਇਰਾਂ ਦੇ ਉੱਤੇ ਪਾਉਂਦੀ ਹੈ ਹਨਾ, ਡੋਲੀ ਦੀ ਵਿਦਾਇਗੀ ਵੇਲੇ। ਤਾਂ ਮਿੱਠਾ ਲਗਭਗ ਸਾਰੀਆਂ ਰਸਮਾਂ ਵਿੱਚ ਸਹੀ ਗੱਲ ਆਏਗਾ ਕਿ ਲੜਕੀ ਦੀ ਅਗਾਊਂ ਜ਼ਿੰਦਗੀ ਦੇ ਵਿੱਚ ਉਹਦੀ ਜ਼ਿੰਦਗੀ 'ਚ ਕੁੜੱਤਨ ਨਾ ਆਵੇ, ਕਿਸੇ ਖਰਵਾਪਣ ਨਾ ਆਵੇ। ਉਹ ਰਿਸ਼ਤਿਆਂ ਦੇ ਰੂਪ 'ਚ ਖਰਵਾਪਣ ਹੋ ਸਕਦਾ ਹੈ, ਉਹ ਆਰਥਿਕਤਾ ਦੇ ਪੱਖ ਤੋਂ ਖਰਵਾਪਣ ਹੋ ਸਕਦਾ ਹੈ, ਉਹ ਉਹਦੇ ਪਹਿਰਾਵੇ ਦੇ ਪੱਖ ਤੋਂ ਕਿ ਮੇਰੇ ਚਾਅ ਮਲਾਰ, ਮੇਰੀਆਂ ਇੱਛਾ, ਮੇਰੇ ਸੁਪਨੇ, ਮੇਰੇ ਸੱਧਰਾਂ, ਮੇਰੀਆਂ ਕਾਮਨਾਵਾਂ ਪੂਰੀਆਂ ਹੋਣ। ਇਸ ਕਰਕੇ ਮਿੱਠੇ ਨੂੰ ਨਾਲ ਰੱਖਿਆ ਜਾਂਦਾ ਹੈ ਕਿ ਇਹਦੀ ਜ਼ਿੰਦਗੀ ਵਿੱਚ ਸਾਰੇ ਭਾਈਚਾਰੇ ਦੀਆਂ ਜਿਹੜੀਆਂ ਰਸਮਾਂ ਦੇ ਵਿੱਚ ਸ਼ਾਮਿਲ ਹੁੰਦਾ ਹੈ, ਚਾਹੇ ਉਹ ਪੁਰਸ਼ ਮੈਂਬਰ ਨੇ ਚਾਹੇ ਉਹ ਔਰਤਾਂ ਮੈਂਬਰ ਨੇ, ਉਹਨਾਂ ਦੀ ਇੱਛਾ ਹੁੰਦੀ ਹੈ ਕਿ ਇਹਦੀ ਜ਼ਿੰਦਗੀ ਮਿੱਠੇ ਦੇ ਨਾਲ ਭਰਪੂਰ ਰਹੇ। ਇਹੀ ਕਾਰਨ ਹੈ ਕਿ ਵਿਆਹ ਦੇ ਜਿਹੜੇ ਫਲੇ ਫੁੱਲੇ, ਜਿਹੜਾ ਵਿਆਹ ਦਾ ਕਾਰਜ ਹੈ ਉਹਨੂੰ ਮਹਾਨ ਕਾਰਜ ਮੰਨਿਆ ਜਾਂਦਾ ਹੈ ਔਰ ਸਾਰੇ ਵੱਡੇ ਰਲ ਮਿਲ ਕੇ ਇੰਨੇ ਸੋਹਣੇ ਤਰੀਕੇ ਦੇ ਨਾਲ ਇਸ ਨੂੰ ਨਿਭਾਉਂਦੇ ਨੇ ਤੇ ਫਤਿਹ ਕਰਦੇ ਨੇ। ਸੋ ਅਗਲਾ ਜਿਹੜਾ ਜਿਵੇਂ ਮਾਈਆਂ ਲੱਗ ਗਿਆ ਹੈ ਨਾ, ਤੇ ਅੱਜ ਕੱਲ੍ਹ ਤਾਂ ਇਹ ਰਿਵਾਜ ਹੈ ਹੀ ਨਹੀਂ ਕਿ ਗਾਉਣ ਤੇ 5 ਦਿਨ ਜਾਂ 7 ਦਿਨ ਪਹਿਲਾਂ ਹੀ ਜਿਹੜੀਆਂ ਘਰ ਦੀਆਂ ਵੱਡੀਆਂ ਸੁਆਣੀਆਂ ਨੇ ਉਹ ਉਸ ਵਿਆਹ ਵਾਲੇ ਘਰ 'ਚ ਜਾਂਦੀਆਂ ਨੇ, ਸੁਹਾਗ ਤੇ ਘੋੜੀਆਂ ਗਾਉਂਦੇ ਨੇ ਹਨਾ, ਤੇ ਫਿਰ ਉਸ ਤੋਂ ਬਾਅਦ ਢੋਲਕੀ ਦੇ ਨਾਲ ਗੀਤ ਗਾਏ ਜਾਂਦੇ ਹੈ ਜਾਂ ਇੱਕ ਦੂਸਰੇ ਨੂੰ ਨੋਕ ਝੋਕ ਕਰਦੇ ਹੋਏ ਬੋਲੀਆਂ ਪਾਈਆਂ ਜਾਂਦੀਆਂ ਨੇ ਹਨਾ। ਤੇ ਇਹ ਵੀ ਦੱਸਿਆ ਜਾਵੇ, ਇੱਕ ਸੁਹਾਗ ਤੇ ਇੱਕ ਘੋੜੀ ਜ਼ਰੂਰ ਤੁਸੀਂ ਸੁਣਾਉਣੀ ਹੈ ਸਾਨੂੰ, ਔਰ ਇਹ ਰਸਮਾਂ ਜਿਹੜੀਆਂ ਨੇ ਕਿਸ ਤਰ੍ਹਾਂ ਨਿਭਾਈਆਂ ਜਾਂਦੀਆਂ ਨੇ ਇਹਨਾਂ ਬਾਰੇ ਵੀ ਦੱਸ ਦਿਓ। ਪਹਿਲਾਂ ਕਿਉਂਕਿ ਲੜਕੀ ਨੇ ਲੜਕੇ ਨੂੰ ਨਹੀਂ ਸੀ ਦੇਖਿਆ ਹੁੰਦਾ ਤਾਂ ਉਹਦੀ ਬੜੀ ਇੱਛਾ ਹੁੰਦੀ ਸੀ। ਔਰ ਵਿਆਹ ਦੀਆਂ ਰਸਮਾਂ ਤੇ ਗੀਤ ਬਹੁਤੇ ਉਹ ਹੁੰਦੇ ਸੀਗੇ ਜਿਹਦੇ ਰਾਹੀਂ ਵਰ ਦੀ ਪਰਖ ਕੀਤੀ ਜਾਂਦੀ ਸੀ ਕਿ ਉਹਦਾ ਇਖਲਾਕ ਕਿਸ ਤਰ੍ਹਾਂ ਦਾ ਹੈ ਹਨਾ, ਉਹਦੇ ਪੁਸ਼ਾਕ ਤੋਂ ਕਿਸ ਤਰ੍ਹਾਂ ਦੇ ਖਾਨਦਾਨ ਦੇ ਨਾਲ ਸੰਬੰਧਿਤ ਹੈ। ਲੜਕੀ ਦੀ ਇੱਛਾ ਹੁੰਦੀ ਸੀ ਕਿ ਮੈਂ ਲੜਕਾ ਦੇਖ ਲਵਾਂ, ਤਾਂ ਚੋਰੀ ਚੋਰੀ ਨਾ ਮੋਰੀ ਦੇ ਰਾਹੀਂ ਜਦੋਂ ਬਰਾਤ ਦਾ ਟਿਕਾਓ ਹੋਣਾ ਤੇ ਉਹਨੂੰ ਦਿਖਾਇਆ ਜਾਂਦਾ ਸੀ ਵੀ ਦੇਖ ਲੈ, ਕਿਉਂਕਿ ਬਰਾਤ ਦੇ ਟਿਕਾਓ ਵੇਲੇ ਨਾ ਜਿਹੜਾ ਸਿਹਰਾ ਹੈ ਉਹਦੀਆਂ ਲੜੀਆਂ ਸਾਈਡ ਤੇ ਚੁੱਕ ਦਿੱਤੀਆਂ ਜਾਂਦੀਆਂ ਸੀਗੀਆਂ। ਹਾਂ, ਤਾਂ ਉਦੋਂ ਦਾ ਗੀਤ ਹੈ ਉੱਚੀ ਰੋੜੀ ਡਮ ਡਮ ਬਜੈ, ਕੋਈ ਰਾਜਾ ਬਿਆਣ ਆਇਆ ਏ, ਦੇ 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 ਮਾਤਾ ਸਿਰੇ ਦਾ ਸਾਲੂ, ਮੈਂ ਵੀ ਰਾਜਾ ਦੇਖਣ ਜਾਣਾ ਏ, ਨਾ ਮੈਂ ਦੇਵਾਂ ਬੇਟੀ ਸਿਰੇ ਦਾ ਸਾਲੂ, ਨਾ ਤੈਂ ਰਾਜਾ ਵੇਖਣ ਜਾਣਾ ਏ। ਹੁਣ ਸਾਲੂ ਦਾ ਸੰਬੰਧ ਸਿਰ ਦੇ ਸੁਹਾਗ ਦੇ ਨਾਲ ਹੈ। ਤਾਂ ਹੁਣ ਮਾਂ ਕਹਿ ਰਹੀ ਹੈ ਕਿ ਮੇਰੇ ਸਿਰ ਦਾ ਸਾਲੂ ਯਾਨੀ ਕਿ ਤੇਰਾ ਪਤੀ ਹੈ ਜਿਹੜਾ, ਮੇਰਾ ਪਤੀ ਹੈ ਜਿਹੜਾ, ਉਹ ਤੇਰਾ ਪਤੀ ਨਹੀਂ ਬਣ ਸਕਦਾ, ਤਾਂ ਮੇਰੇ ਸਿਰ ਦਾ ਸਾਲੂ ਲੈ ਕੇ ਤੂੰ ਆਪਣੇ ਸੁਹਾਗ ਨੂੰ ਦੇਖਣ ਨਹੀਂ ਜਾ ਸਕਦੀ। ਇਸੇ ਤਰ੍ਹਾਂ ਦਾਦੀ ਮਨਾ ਕਰਦੀ ਹੈ ਕਿ ਮੈਂ ਆਪਣਾ ਸਾਲੂ ਨਹੀਂ ਦਿੰਦੀ, ਚਾਚੀ ਤਾਈ ਸਾਰੀਆਂ ਮਨਾ ਕਰਦੀਆਂ ਨੇ, ਪਰ ਉਹਦੀ ਤੀਬਰ ਇੱਛਾ ਹੈ ਜਿਹੜੀ ਹੈ ਕਿ ਮੈਂ ਦੇਖ ਲਵਾਂ ਕਿ ਮੇਰਾ ਕੰਤ, ਮੇਰਾ ਵਰ ਕੈਸਾ ਹੈ। ਤੇ ਜਦੋਂ ਬਰਾਤ ਆ ਟੁਕਦੀ ਹੈ ਹਨਾ, ਤੇ ਬਰਾਤ ਦੇ ਆਉਣ ਦੇ ਸਵਾਗਤ ਦੇ ਵਿੱਚ ਵੀ ਜਿਹੜੇ ਹੈਗੇ ਉਹ ਗੀਤ ਗਾਇਆ ਜਾਂਦਾ ਹੈ, ਅੱਜ ਘਰ ਅੱਜ ਨੀ ਮੇਰੇ ਘਰ ਨਵੇਂ ਸਾਜਨ ਆਏ ਹੈ ਨਾ। ਹਾਂ ਕਮਲ ਜੀ, ਸ਼ਾਇਦ ਤੁਸੀਂ ਇਹ ਗੀਤ, ਮੇਰਾ ਖਿਆਲ ਹੈ ਕਿ ਬਹੁਤ ਘੱਟ ਬਰਾਤ ਦੀ ਆਮਦ ਨਾਲ ਜੁੜੇ ਹੋਏ ਜਿਹੜੇ ਗੀਤ ਹੈ ਨਾ ਉਹ ਸਾਡੇ ਨਾ ਮਾਝੇ ਮਾਲਵੇ ਦੁਆਬੇ ਵਿੱਚ ਹੁਣ ਬਹੁਤ ਪ੍ਰਚਲਨ ਨਹੀਂ ਹੈ। ਮੈਂ ਕਿਉਂਕਿ ਪ੍ਰਸਾਰ ਭਾਰਤੀ ਦੇ ਵਾਸਤੇ ਵੀ ਕਾਰਜ ਕਰਦੀ ਰਹਿੰਦੀ ਹਾਂ ਔਰ ਖੇਤਰੀ ਕਾਰਜ ਕਰਦੀ ਹਾਂ, ਪਿੰਡਾਂ 'ਚ ਵੀ ਜਾਂਦੀ ਹਾਂ, ਤੇ ਸ਼ਹਿਰਾਂ ਦੇ ਵਿੱਚ ਹੈ ਜਿਹੜਾ ਉਹ ਇਹਨਾਂ ਰਸਮਾਂ ਦਾ, ਇਹਨਾਂ ਰਾਤ ਦੀਆਂ ਗਾਉਣ ਬੈਠਕਾਂ ਦਾ ਰੁਝਾਨ ਬਹੁਤ ਘੱਟ ਰਿਹਾ ਹੈ। ਪਰ ਪਿੰਡਾਂ ਦੇ ਲੋਕ ਹੈ ਜਿਹੜੇ ਉਹ ਹਜੇ ਵੀ ਜੁੜੇ ਹੋਏ ਨੇ ਇਹਨਾਂ ਗੀਤਾਂ ਦੇ ਨਾਲ ਹੈ ਨਾ।
ਤਾਂ ਬਰਾਤ ਦੀ ਆਮਦ ਤੇ ਪਹਿਲਾਂ ਕੋਰੇ ਜਿਹੜੇ ਨੇ ਨਾ, ਚਿੱਟਾ ਕੱਪੜਾ ਕੋਰਾ ਵਿਛਾਇਆ ਜਾਂਦਾ ਸੀਗਾ। ਅੱਛਾ। ਹਾਂ, ਚਿੱਟੇ ਥਾਨ ਵਿਛਾਏ ਜਾਂਦੇ ਸੀ ਲੰਬੇ ਲੰਬੇ, ਤੇ ਉਹਦੇ ਨਾਲ ਜੁੜਿਆ ਹੋਇਆ ਇੱਕ ਸਵਾਗਤ ਦੇ ਨਾਲ ਜੁੜਿਆ ਹੋਇਆ ਲੜਕੀ ਦੀ ਇੱਛਾ ਹੈ ਕਿ ਜਿਹੜੇ ਮੇਰੇ ਪਿਤਾ ਨੇ ਵਿਆਹ ਧਰਿਆ ਹੋਇਆ ਹੈ, ਉਹਦੀ ਜਿਹੜੀ ਬਰਾਤ ਆਉਣੀ ਹੈ, ਜੰਝ ਆਉਣੀ ਹੈ, ਉਹਦੀ ਸੇਵਾ ਕੀਤੀ ਜਾਏ, ਕਿਸੇ ਪੱਖ ਤੋਂ ਵੀ ਆਓ ਭਗਤ ਵਿੱਚ ਕੋਈ ਕਮੀ ਨਾ ਰੱਖੀ ਜਾਏ, ਹੈ ਨਾ। ਅੱਜ ਨੀ ਮੇਰੇ ਘਰ ਨਵੇਂ ਸਾਜਨ ਆਏ, ਮੈਂ ਜੀ ਆਖਾਂ ਜੀ ਆਖਾਂ ਜੀ ਆਇਆ ਤੇ। ਅੱਜ ਨੀ ਮੇਰੇ ਘਰ ਨਵੇਂ ਸਾਜਨ ਆਏ, ਮੈਂ ਜੀ ਆਖਾਂ ਜੀ ਆਇਆ ਤੇ। ਦਰੀਆਂ ਵਿਛਾਵਾਂ ਗਲੀਚੇ ਵਿਛਾਵਾਂ, ਮੈਂ ਕੋਰੇ ਵਿਛਾ ਦੇਵਾਂ ਜੀ ਆਇਆ ਤੇ। ਅੱਜ ਨੀ ਮੇਰੇ ਘਰ ਨਵੇਂ ਸਾਜਨ ਆਏ, ਮੈਂ ਜੀ ਆਖਾਂ ਜੀ ਆਇਆ ਤੇ। ਫਿਰ ਉਹ ਕਹਿੰਦੀ ਹੈ ਕੌਲੀ ਰਖਾ ਦੋ, ਗਲਾਸ ਰਖਾ ਦੋ, ਪਲੇਟ ਰਖਾ ਦੋ। ਫਿਰ ਉਹ ਕਹਿੰਦੀ ਹੈ ਕਿ ਲੱਡੂ ਰਖਾ ਦੋ, ਬਰਫੀ ਰਖਾ ਦੋ, ਜਲੇਬੀ ਰਖਾ ਦੋ, ਜਿੰਨੇ ਪਕਵਾਨ ਨੇ, ਹੈ ਨਾ, ਤਾਂ ਕਿ ਉਹਨਾਂ ਦੀ ਪੂਰੀ ਆਓ ਭਗਤ ਸੇਵਾ ਹੋ ਸਕੇ। ਬਿਲਕੁਲ, ਬਹੁਤ ਸੋਹਣਾ ਲੱਗ ਰਿਹਾ। ਔਰ ਇਹੋ ਜਿਹਾ ਮਾਹੌਲ ਦੇ ਵਿੱਚ, ਹੈ ਨਾ, ਦਿਲ ਹੀ ਨਹੀਂ ਕਰਦਾ ਤੁਹਾਨੂੰ ਰੋਕੀਏ, ਹੈ ਨਾ, ਤੇ ਤੁਸੀਂ ਗੀਤ ਗਾਈ ਜਾਓ, ਅਸੀਂ ਸੁਣੀ ਜਾਈਏ, ਨਾਲ ਦੀ ਨਾਲ ਗੀਤ ਗਾਈ ਜਾਈਏ, ਔਰ ਪੁਰਾਣਾ ਉਹ ਸਭ ਯਾਦ ਆ ਜਾਵੇ ਜੋ ਦਾਦੀਆਂ ਨਾਨੀਆਂ ਗਾਉਂਦੀਆਂ ਹੁੰਦੀਆਂ ਸੀ ਇਕੱਠੀਆਂ ਰਲ ਮਿਲ ਕੇ, ਹੈ ਨਾ। ਸੋ ਇੱਕ ਤੁਹਾਡੀ ਕਿਤਾਬ ਹੈ ਸੇਰਾ ਅਤੇ ਸਿੱਖਿਆ, ਸੰਕਲਨ ਤੇ ਮੁਲਾਂਕਣ ਜੀ। ਇਹ ਜਿਹੜੀ ਕਿਤਾਬ ਹੈ ਬਹੁਤ ਹੀ ਮਕਬੂਲ ਹੋਈ ਹੈ, ਔਰ ਇਸ ਕਿਤਾਬ ਦੇ ਲਈ ਤੁਸੀਂ ਬਹੁਤ ਮਿਹਨਤ ਕੀਤੀ ਹੈ ਨਾ। ਤੇ ਇਹਦੇ ਵਿੱਚ ਅਸੀਂ ਜਦੋਂ ਲਹਿੰਦੇ ਪੰਜਾਬ ਦੀ ਗੱਲ ਕਰਦੇ ਹਾਂ, ਚੜ੍ਹਦੇ ਪੰਜਾਬ ਦੀ ਗੱਲ ਕਰਦੇ, ਦੋਹਾਂ ਪੰਜਾਬ ਦੀ ਗੱਲ ਕਰਦੇ ਹਾਂ, ਔਰ ਇਹ ਕਿਤਾਬ ਦੇ ਵਿੱਚ ਕੀ ਕੁਝ ਖਾਸ ਹੈ। ਤੇ ਸੁਣਿਆ ਕਿ ਵਿਆਹ ਦੇ ਸਮੇਂ ਤੇ ਜਦੋਂ ਲਾਵਾਂ ਹੋ ਜਾਂਦੀਆਂ ਸੀ, ਸੇਰਾ ਪੜਿਆ ਜਾਂਦਾ ਸੀ, ਸਿੱਖਿਆ ਪੜ੍ਹੀ ਜਾਂਦੀ ਸੀ। ਬਿਲਕੁਲ। ਤੇ ਇਹ ਅਸੀਂ ਜ਼ਰੂਰ ਗੱਲ ਕਰਾਂਗੇ, ਪਰ ਬਹੁਤ ਸਾਰੀਆਂ ਹੋਰ ਤੁਹਾਡੀਆਂ ਕਿਤਾਬਾਂ ਨੇ ਜਿਹੜੀਆਂ ਅਸੀਂ ਦੇਖਾਂਗੇ। ਔਰ ਇਹ ਕਿਤਾਬ ਜਿਹੜੀ ਰੰਗਲਾ ਪੰਜਾਬ ਮੇਰਾ ਜੀ, ਪਾਣੀ ਬਾਰ ਬੰਨੇ ਦੀਏ ਮਾਏ, ਹੈ ਨਾ, ਇਹ ਵਿਆਹ ਦੇ ਨਾਲ ਜੁੜੀਆਂ ਹੋਈਆਂ ਰਸਮਾਂ ਰਿਵਾਜਾਂ ਉੱਤੇ ਸਾਰੀਆਂ ਕਿਤਾਬਾਂ ਨੇ ਤੁਹਾਡੀਆਂ। ਮੇਰੀਆਂ ਕਮਲ ਜੀ 20 ਕਿਤਾਬਾਂ ਨੇ, ਉਹਨਾਂ ਵਿੱਚੋਂ ਜਿਹੜੀਆਂ ਵਧੇਰੇ ਨੇ ਉਹ ਵਿਆਹ ਦੀਆਂ ਰਸਮਾਂ ਤੇ ਵਿਆਹ ਦੇ ਲੋਕ ਗੀਤਾਂ ਨੇ। ਅੱਛਾ ਜੀ। ਔਰ ਮੇਰੀ ਜਿਹੜੀ PhD ਹੈ ਉਹ ਵੀ ਵਿਆਹ ਦੇ ਲੋਕ ਗੀਤਾਂ ਦੇ ਉੱਤੇ ਹੈ। ਕੀ ਬਾਤ ਹੈ। ਪਰ ਇਹ ਜਿਹੜੀ ਕਿਤਾਬ ਦਾ ਤੁਸੀਂ ਜ਼ਿਕਰ ਕੀਤਾ, ਸੇਰਾ ਤੇ ਸਿੱਖਿਆ, ਸੰਕਲਨ ਤੇ ਮੁਲਾਂਕਣ, ਇਹ ਮੈਂ PhD ਦੀ ਡਿਗਰੀ ਲਈ ਕੀਤਾ ਹੋਇਆ ਕਾਰਜ ਨਹੀਂ ਹੈ, ਇਹ ਮੇਰਾ ਸ਼ੌਕੀਆ ਪੱਧਰ ਤੇ ਕੀਤਾ ਹੋਇਆ ਕਾਰਜ ਹੈ। ਔਰ 3.5 ਸਾਲ ਮੈਨੂੰ ਲੱਗੇ ਸੀਗੇ ਇਸ ਕੰਮ ਨੂੰ। ਮੈਨੂੰ ਲੱਗਦਾ ਸੀਗਾ ਕਿ ਮੈਂ ਪੂਰੇ ਪੰਜਾਬ ਦੀ ਨੁਮਾਇੰਦਗੀ ਇਹ ਕਿਤਾਬ ਤਾਂ ਹੀ ਕਰ ਸਕਦੀ ਹੈ ਜੇ ਲਹਿੰਦਾ ਪੰਜਾਬ ਵੀ ਮੇਰਾ ਵਿੱਚ ਸ਼ਾਮਲ ਹੋਵੇ। ਔਰ ਇਸ ਕਿਤਾਬ ਨੂੰ ਭਾਸ਼ਾ ਵਿਭਾਗ ਪੰਜਾਬ ਵੱਲੋਂ ਸਰਵੋਤਮ ਪੁਸਤਕ ਪੁਰਸਕਾਰ ਵੀ ਮਿਲਿਆ। ਬਹੁਤ ਮੁਬਾਰਕ। ਔਰ ਇਹਦੇ ਵਿੱਚ ਜਦੋਂ ਮੈਂ ਲਹਿੰਦੇ ਪੰਜਾਬ ਤੇ ਚੜ੍ਹਦੇ ਪੰਜਾਬ ਦੋਨੋਂ ਪੰਜਾਬ ਦੇ ਸੇਰੇ ਤੇ ਸਿੱਖਿਆਵਾਂ ਨੂੰ ਸ਼ਾਮਲ ਕੀਤਾ, ਤਾਂ ਮੈਂ ਕਿਉਂਕਿ ਪੰਜਾਬੀ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਵਿੱਚ ਪੜ੍ਹਾਉਣੀ ਆ, ਤੇ ਉੱਥੇ ਮੈਂ MA ਦੇ ਵਿਦਿਆਰਥੀਆਂ ਨੂੰ ਪੁੱਛਿਆ ਇੱਕ ਦਿਨ ਵੈਸੀ ਗੱਲਾਂ ਕਰਦਿਆਂ ਕਿ ਬੇਟਾ ਸੇਰਾ ਕਿਹਨੂੰ ਕਹਿੰਦੇ ਨੇ, ਤੇ ਸਾਰੇ ਬੱਚਿਆਂ ਨੇ ਜੋ ਲਾੜੇ ਦੇ ਸਿਰ ਤੇ ਸਜਾਇਆ ਜਾਂਦਾ ਸੇਰਾ, ਉਸੇ ਸੇਰੇ ਦੇ ਅਰਥਾਂ ਵਿੱਚ ਸੇਰੇ ਦੇ ਅਰਥ ਮੈਨੂੰ ਦੱਸੇ। ਤਾਂ ਫਿਰ ਮੈਨੂੰ ਲੱਗਿਆ ਕਿ ਇਸ ਤੇ ਕੰਮ ਹੋਣਾ ਚਾਹੀਦਾ ਹੈ। ਤੇ ਫਿਰ ਮੈਂ ਪੰਜਾਬ ਦੇ ਵਿੱਚੋਂ ਜਿੰਨੀਆਂ ਪੁਰਾਣੀਆਂ ਪ੍ਰੈਸਾਂ ਸੀਗੀਆਂ, ਪਿੰਡਾਂ ਦੇ ਘਰਾਂ ਵਿੱਚ ਸ਼ਨੀਵਾਰ ਐਤਵਾਰ ਮੈਂ ਵਿਜ਼ਿਟ ਕਰਦੀ ਸੀਗੀ, ਤਾਂ ਲੋਕਾਂ ਦੀਆਂ ਕਣਸਾਂ ਦੇ ਉੱਤੇ ਜਿਹੜੇ, ਕਿਉਂਕਿ ਛਪ ਕੇ ਬਹੁਤ ਮਹੀਨ ਕਾਗਜ਼ ਦੇ ਉੱਤੇ ਸੇਰਾ ਤੇ ਸਿੱਖਿਆ ਛਪਾਈ ਵੀ ਜਾਂਦੇ ਸੀਗੇ। ਬਹੁਤ ਥੋੜਾ ਸਮਾਂ ਸਾਡੇ ਕੋਲ ਰਹਿ ਗਿਆ, ਜਾਂਦੇ ਜਾਂਦੇ ਸਿਰਫ 2 ਲਾਈਨਾਂ ਸਾਨੂੰ ਜ਼ਰੂਰ ਪੜ੍ਹ ਕੇ ਸੁਣਾਇਆ ਜਾਵੇ, ਪਰ ਪਤਾ ਹੀ ਨਹੀਂ ਲੱਗਾ ਸਮਾਂ ਕਿਹੜੇ ਵੇਲੇ ਕਿੱਦਾਂ ਨਿਕਲ ਗਿਆ। ਤੇ ਹਲੇ ਤਾਂ ਅਸੀਂ ਵਿਆਹ ਦੀਆਂ ਗੱਲਾਂ ਬਹੁਤ ਹੋਰ ਕਰਨੀਆਂ ਸੀ, ਹੈ ਨਾ। ਸੋ ਵਿਆਹ ਦੇ ਕਾਰਜ ਹੀ ਇਸ ਤਰ੍ਹਾਂ ਦੇ ਹੁੰਦੇ ਨੇ ਕਿ ਬਹੁਤ ਲੰਬੇ ਜਿਹੜੇ ਹੈਗੇ ਰੀਤੀ ਰਿਵਾਜ ਇਹਦੇ ਜਿਹੜੇ ਸਮੇਟੇ ਜਾਂਦੇ ਨੇ, ਹੈ ਨਾ। ਕਮਲ ਜੀ, ਮੈਂ ਜਾਂਦੇ ਜਾਂਦੇ ਨਾ ਇੱਕ ਸੇਰਾ ਹੈ ਜਿਹੜਾ ਉਹਦੀਆਂ ਕੁਝ ਪੰਕਤੀਆਂ ਸਾਂਝੀਆਂ ਕਰ ਜ਼ਰੂਰ। ਪੇਸ਼ਾਵਰ ਵਿਅਕਤੀ ਨੂੰ ਨਾਲ ਲਿਆਇਆ ਜਾਂਦਾ ਸੀਗਾ ਸੇਰਾ ਪੜਨ ਵਾਸਤੇ। ਚਿਰਾਂ ਤੋਂ ਤੇਰੀਆਂ ਤਾਂਘਾਂ ਲਾਈਆਂ, ਉੱਚੀਆਂ ਭਾਗਾਂ ਵਾਲੀ, 4 ਚੁਫੇਰੇ ਖੁਸ਼ੀਆਂ ਵੰਡੀਆਂ, ਹਰ ਪੱਤੇ ਹਰ ਡਾਲੀ, 2 ਦਿਲਾਂ ਦਾ ਮੇਲ ਕਰਾਵਣ, ਧੰਨ ਭਾਗ ਤੂੰ ਆਈ, ਘੜੀਏ ਸ਼ਗਨਾਂ ਦੀਏ, ਵਿਹੜੇ ਰੌਣਕ ਲਾਈ, ਘੜੀਏ ਸ਼ਗਨਾਂ ਦੀਏ।
ਬਾਬਲ ਖੁਸ਼ੀਆਂ ਦੇ ਵਿੱਚ ਫੁੱਲੇ ਨਹੀਂ ਸਮਾਉਂਦੇ, ਮਾਮੇ ਪਿਆਰੇ ਚਾਚੇ ਤਾਏ ਲੱਖ ਲੱਖ ਸ਼ੁਕਰ ਮਨਾਉਂਦੇ, ਦੇਵ ਫੁੱਲਾਂ ਦੀ ਕਰਦੇ ਵਰਖਾ। ਮਤਲਬ ਜੇ ਦਾਦਾ ਦਾਦੀ ਸਵਰਗ ਸਿਧਾਰ ਗਏ ਹੁੰਦੇ ਸੀ ਨਾ ਤਾਂ ਉਹਨਾਂ ਨੂੰ ਵੀ ਯਾਦ ਕੀਤਾ ਜਾਂਦਾ ਸੀ ਕਿ ਉਹ ਆਪਣੇ ਪੋਤੇ ਜਾਂ ਪੋਤੀ ਦੇ ਵਿਆਹ ਦੇ ਉੱਤੇ ਅਸੀਸਾਂ ਦੇ ਰਹੇ ਨੇ। ਦੇਵ ਫੁੱਲਾਂ ਦੀ ਕਰਦੇ ਵਰਖਾ, ਪਰੀਆਂ ਦੇਣ ਵਧਾਈ, ਘੜੀਏ ਸ਼ਗਨਾਂ ਦੀ ਵਿਹੜੇ ਰੌਣਕ ਲਾਈ, ਘੜੀਏ ਸ਼ਗਨਾਂ ਦੀ। ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਸਾਡੇ ਵਿਹੜੇ ਆਏ, ਤੁਸੀਂ ਆਪਣੇ ਵਿਹੜੇ ਆਏ, ਰੌਣਕਾਂ ਲਾਈਆਂ ਔਰ ਵਿਆਹ ਦੇ ਰੀਤੀ ਰਿਵਾਜਾਂ ਤੇ ਗੀਤਾਂ ਦੇ ਨਾਲ ਸਾਨੂੰ ਸੱਚੀ ਉਹ ਸਮਾਂ ਯਾਦ ਦਿਵਾ ਦਿੱਤਾ ਜਿਹੜੇ ਸਮੇਂ ਦੇ ਵਿੱਚ ਅਸੀਂ ਪੁਰਾਣੇ 'ਚ ਰਹਿੰਦੇ ਸੀ, ਹੈ ਨਾ। ਸੋ ਉਮੀਦ ਕਰਦੇ ਹਾਂ ਕਿ ਜਿੰਨੇ ਦਰਸ਼ਕਾਂ ਨੇ ਅੱਜ ਦਾ ਇਹ ਪ੍ਰੋਗਰਾਮ ਵੇਖਿਆ ਉਹਨਾਂ ਨੂੰ ਜ਼ਰੂਰ ਪਸੰਦ ਆਇਆ ਹੋਵੇਗਾ। ਧੰਨਵਾਦ। ਦੂਰਦਰਸ਼ਨ ਕੇਂਦਰ ਦਾ ਵੀ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੀ ਹਾਂ ਜਿਨ੍ਹਾਂ ਨੇ ਆਪਣੇ ਦਰਸ਼ਕਾਂ ਦੇ ਰੂਬਰੂ ਹੋਣ ਦਾ ਮੌਕਾ ਦਿੱਤਾ। ਸ਼ੁਕਰੀਆ।